ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲ ਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਤਖਤ ਛਤਰ ਚਵਰ ਦੇ ਮਾਲਕ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਹਿਮ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਹਿਮ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਅੰਮ੍ਰਿਤਮਈ ਪਾਵਨ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਸਤਿਗੁਰੂ ਜੀ ਪਾਵਨ ਸ਼ਬਦ ਅੰਦਰ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਚਿੱਤ ਨੂੰ ਇਕਾਗਰ ਕਰਨ ਲਈ ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਚੌਥਾ। ਜਿਸਨੋ ਹਰਿ ਸੋ ਪ੍ਰਸੰਨ ਹੋਏ, ਸੋ ਹਰਿ ਗੁਣਾ ਰਵੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੋਹੀ ਰਾਗ ਦੇ ਅੰਦਰ ਪਾਵਨ ਸ਼ਬਦ ਦੀ ਪ੍ਰਾਰੰਭਤਾ ਅੰਦਰ ਬਖਸ਼ਿਸ਼ ਕਰਦੇ ਹਨ। ਐ ਗੁਰ ਸਿੱਖੋ, ਜਿਨ੍ਹਾਂ ਜੀਵਾਂ ਤੇ ਅਕਾਲ ਪੁਰਖ ਪਰਮਾਤਮਾ ਕਿਰਪਾ ਕਰਦਾ ਹੈ, ਜਿਨ੍ਹਾਂ ਤੇ ਤਰੁੱਠ ਜਾਂਦਾ ਹੈ, ਜਿਨ੍ਹਾਂ ਜੀਵਾਂ ਤੇ ਪਰਮੇਸ਼ਰ ਪ੍ਰਸੰਨ ਹੋ ਜਾਂਦਾ ਹੈ, ਉਹ ਜੀਵ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕਰਦੇ ਹਨ। ਰਵੈ ਤੋਂ ਭਾਵ ਉਚਾਰਨ ਕਰਨਾ, ਰਵੈ ਤੋਂ ਭਾਵ ਆਨੰਦ ਮਾਣਨ ਦਾ ਵੀ ਹੈ। ਉਹ ਗੁਰਮੁਖ ਪਿਆਰੇ ਬ੍ਰਹਮ ਬੇਤੇ ਵਾਹਿਗੁਰੂ ਜੀ ਦੇ ਸਰੂਪ ਦਾ ਆਨੰਦ ਮਾਣਦੇ ਹੈ, ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰ ਦਿੰਦਾ ਹੈ। ਜੀਵਨ ਦੇ ਅੰਦਰ ਜੇ ਕੋਈ ਮਨੁੱਖ ਪਰਮੇਸ਼ਰ ਦਾ ਨਾਮ ਜਪਦਾ ਹੈ, ਗੁਰਬਾਣੀ ਪੜ੍ਹਦਾ ਹੈ, ਸੇਵਾ ਸਿਮਰਨ ਕਰਦਾ ਹੈ, ਭਜਨ ਬੰਦਗੀ ਕਰਦਾ ਹੈ, ਸਤਿਗੁਰੂ ਜੀ ਦੀ ਪਿਆਰੀ ਸਤ ਸੰਗਤ ਵਿੱਚ ਜਾ ਕੇ ਜੁੜਦਾ ਹੈ, ਇਹ ਸਭ ਜਾਣੋ ਕਿ ਪ੍ਰਮਾਤਮਾ ਦੀ ਕਿਰਪਾ ਦੀ ਬਦੌਲਤ ਹੈ। ਜੇ ਪ੍ਰਮਾਤਮਾ ਕਿਰਪਾ ਕਰੇ ਤਾਂ ਹੀ ਪ੍ਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਸਤਿਗੁਰੂ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਵਾਹਿਗੁਰੂ ਆਪ ਕਿਰਪਾ ਕਰਕੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਗੁਣ ਗਾਵਾਉਣਾ ਕਰੇ ਤਾਂ ਉਹ ਜੀਵ ਵਾਹਿਗੁਰੂ ਦੇ ਗੁਣ ਉਚਾਰਨ ਕਰਦਾ ਹੈ। ਪਰਮਾਤਮਾ ਕਿਰਪਾ ਕਰੇ, ਨਾਮ ਜਪਾਵੇ ਤਾਂ ਇਹ ਜੀਵ ਵਾਹਿਗੁਰੂ ਦਾ ਨਾਮ ਜਪਦਾ ਹੈ। ਨਹੀਂ ਤਾਂ ਸੰਗਤ ਜੀ ਕੋਈ ਕਿਸੇ ਕੋਲੋਂ ਕੰਨਾਂ ਵਿੱਚ ਮੰਤਰ ਲੈ ਲੈਂਦਾ ਹੈ, ਕੋਈ ਕਿਸੇ ਕੋਲੋਂ ਪੁੜੀਆਂ ਵਿੱਚ ਸਵਾਹ ਬਣਾ ਲੈਂਦਾ ਹੈ, ਕੋਈ ਕਿਸੇ ਕੋਲ ਜਾ ਕਰਕੇ ਕਹਿੰਦਾ ਜੀ ਮੈਂ ਨਾਮ ਮੰਤਰ ਲੈ ਲਿਆ,
ਪਰ ਵਿਰਲੇ ਗੁਰਮੁਖ ਪਿਆਰੇ ਹਨ ਜਿਹੜੇ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਲੈ ਕੇ ਕੇਵਲ ਪਰਮੇਸ਼ਰ ਦਾ ਨਾਮ ਜਪਦੇ ਐ, ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰਦਾ ਹੈ। ਸੋ ਹਜੂਰ ਬਖਸ਼ਿਸ਼ ਕਰਦੇ ਹਨ, ਜਿਸ ਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੈ। ਉਹੀ ਵਡਭਾਗਾ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕਰਦਾ, ਜਿਸ ਤੇ ਪ੍ਰਮਾਤਮਾ ਤਰੁੱਠ ਜਾਂਦਾ, ਪਰਮੇਸ਼ਰ ਪ੍ਰਸੰਨ ਹੋ ਜਾਂਦਾ ਹੈ। ਜੀਵਨ ਦੇ ਅੰਦਰ ਜੇ ਪ੍ਰਮਾਤਮਾ ਦੀ ਪ੍ਰਸੰਨਤਾ ਜਾਣਨੀ ਹੋਵੇ, ਸਾਧ ਸੰਗਤ ਜੀ, ਜਦੋਂ ਮਹਾਰਾਜ ਸਾਹਿਬ ਜੀ ਦੀ ਪਿਆਰੀ ਸਤ ਸੰਗਤ ਵਿੱਚ ਆ ਕੇ ਜੁੜੀਏ, ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਪਰਮੇਸ਼ਰ ਦਾ ਜਸ ਸਰਵਣ ਕਰ ਰਹੇ ਹੋਈਏ, ਪ੍ਰੀਤ ਰੂਪ ਰਸਨਾ ਦੇ ਨਾਲ ਜੇ ਪਰਮੇਸ਼ਰ ਦਾ ਨਾਮ ਜਪ ਰਹੇ ਹੋਈਏ, ਇਹ ਨਿਸ਼ਚੈ ਕਰਕੇ ਜਾਣ ਲੈਣਾ ਚਾਹੀਦਾ ਕਿ ਪ੍ਰਮਾਤਮਾ ਦੀ ਅੱਜ ਸਾਡੇ ਤੇ ਬਹੁਤ ਪ੍ਰਸੰਨਤਾ ਹੋਈ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਦੀ ਅੱਜ ਸਾਡੇ ਤੇ ਦਇਆਲਤਾ ਹੋ ਗਈ ਹੈ, ਜਿਸ ਕਰਕੇ ਸਾਨੂੰ ਜੀਵਨ ਦੇ ਅੰਦਰ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਿਮਰਨ ਕਰਨੇ ਦਾ, ਸੇਵਾ ਕਰਨੇ ਦਾ, ਨਾਮ ਜਪਣ ਦਾ, ਗੁਰਬਾਣੀ ਪੜ੍ਹਨੇ ਦਾ, ਅੰਮ੍ਰਿਤ ਵੇਲੇ ਉੱਠ ਕਰਕੇ ਨਿਤਨੇਮ ਕਰਨੇ ਦਾ, ਇਹ ਜੀਵਨ ਦੇ ਅੰਦਰ ਜਿਹੜੇ ਸਾਧ ਸੰਗਤ ਜੀ ਅਮੋਲਕ ਇਹ ਸਮੇਂ ਹੈ ਨਾ, ਸ਼ੁਭ ਅਵਸਰ ਹਨ, ਪ੍ਰਮਾਤਮਾ ਦੀ ਪ੍ਰਸੰਨਤਾ ਕਰਕੇ ਹੀ ਪ੍ਰਾਪਤ ਹੁੰਦੇ ਹੈ। ਜਿਨ੍ਹਾਂ ਤੇ ਵਾਹਿਗੁਰੂ ਪ੍ਰਸੰਨ ਹੋ ਜਾਂਦਾ, ਉਹ ਗੁਰਮੁਖ ਪਿਆਰੇ ਜੀਵਨ ਦੇ ਅੰਦਰ ਨਿਤਨੇਮ ਦੇ ਨਾਲ ਨਾਲ ਸ੍ਰੀ ਸਹਿਜ ਪਾਠ ਦਾ ਜਾਪ ਵੀ ਕਰਦੇ ਹੈ। ਜਿੱਥੇ ਪੰਜ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ, ਉਹਨਾਂ ਦੇ ਨਾਲ ਨਾਲ ਸੁਖਮਨੀ ਸਾਹਿਬ, ਆਸਾ ਕੀ ਵਾਰ, ਗੁਰੂ ਕੀ ਬਾਣੀ ਦਾ ਜਾਪ ਕਰਦੇ ਹਨ। ਕਈ ਗੁਰਮੁਖ ਪਿਆਰੇ ਪੰਜ ਗ੍ਰੰਥੀ ਦਾ, ਕੋਈ 10 ਗ੍ਰੰਥੀ ਦਾ ਨਿਤਨੇਮ ਕਰਦੇ, ਔਰ ਕਈ ਕਿੰਨੇ ਕਿੰਨੇ ਘੰਟੇ ਬੱਧੀ ਸਮਾਂ ਜਾਪ ਕਰਦੇ। ਕੋਈ ਗੁਰਮੁਖ ਪਿਆਰੇ ਬ੍ਰਹਮ ਵੇਤੇ ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਦਾ ਜਾਪ ਜਪਦੇ ਹੈ। ਇਹ ਸਭ ਪਰਮਾਤਮਾ ਦੀ ਕਿਰਪਾ ਹੈ। ਪਰ ਇਹ ਸਾਰਾ ਕੁਝ ਜੀਵਨ ਦੇ ਅੰਦਰ ਤਾਂ ਮਿਲਦਾ, ਮਹਾਰਾਜ ਕਹਿੰਦੇ ਜਦੋਂ ਪਰਮੇਸ਼ਰ ਪ੍ਰਸੰਨ ਹੁੰਦਾ ਸੋ ਗੁਣਾ ਰਵੈ। ਉਹ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਦੇ ਵਿੱਚ ਹੀ ਲੱਗਾ ਰਹਿੰਦਾ। ਪਰਮੇਸ਼ਰ ਦੇ ਗੁਣ ਗਾਉਂਦੇ ਹੋਇਆਂ ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਣਦੇ ਹਨ। ਸੋ ਭਗਤ ਸੋ ਪਰਵਾਨ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਹਨ, ਗੁਰਸਿੱਖੋ, ਉਹ ਅਸਲ ਭਗਤ ਹੈ ਤੇ ਉਹ ਭਗਤੀ ਕਰਨ ਵਾਲਾ ਪਰਮੇਸ਼ਰ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਲੋਕ ਪਰਲੋਕ ਦੇ ਵਿੱਚ ਉਸ ਗੁਰਮੁਖ ਪਿਆਰੇ ਬ੍ਰਹਮ ਵੇਤੇ ਨੂੰ, ਭਗਤ ਜਨ ਨੂੰ ਸਫਲਤਾ ਪ੍ਰਾਪਤ ਹੋ ਜਾਂਦੀ, ਜਿਸ ਜੀਵ ਤੇ ਪ੍ਰਮਾਤਮਾ ਪ੍ਰਸੰਨ ਹੋ ਕਰਕੇ ਜੀਵਨ ਦੇ ਅੰਦਰ ਸੇਵਾ ਸਿਮਰਨ ਨਾਮ ਦੀ ਦਾਤ ਪ੍ਰਮਾਤਮਾ ਬਖਸ਼ਿਸ਼ ਕਰ ਦਿੰਦਾ ਹੈ। ਸੋ ਭਗਤ ਸੋ ਪਰਵਾਨ। ਸੰਸਾਰ ਦੇ ਵਿੱਚ ਭਾਵੇਂ ਸਭ ਜੀਵ ਪਰਮੇਸ਼ਰ ਦੇ ਬਣਾਏ ਹਨ, तमाम ਸੰਸਾਰ ਭਰ ਦੇ ਜੀਵ ਪ੍ਰਮਾਤਮਾ ਦੇ ਪੈਦਾ ਕੀਤੇ ਹਨ, ਪਰ ਹਰ ਇੱਕ ਜੀਵ ਨਹੀਂ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੁੰਦਾ। ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਮੁੱਖ ਵਾਕ ਹੈ, ਉਹ ਜੀਵ ਦਾ ਆਇਆ ਹੋਇਆ ਸੰਸਾਰ ਦੇ ਵਿੱਚ ਸਫਲਾ ਹੁੰਦਾ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ, ਪ੍ਰੀਤ ਰੂਪ ਰਸਨਾ ਦੇ ਨਾਲ ਪਰਮੇਸ਼ਰ ਦਾ ਜਾਪ ਜਪਦਾ। ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਆਏ ਬਸਹਿ ਸਾਧੂ ਕੈ ਸੰਗੇ, ਅਨ ਦਿਨ ਨਾਮ ਧਿਆਵਹਿ ਰੰਗੇ। ਸਾਧ ਸੰਗਤ ਵਿੱਚ ਜੁੜ ਕੇ ਰਾਤ ਵੀ ਦਿਨੇ ਵੀ ਪਰਮੇਸ਼ਰ ਦਾ ਨਾਮ ਜਪਣਾ। ਮਹਾਰਾਜ ਕਹਿੰਦੇ ਰਸਨਾ ਤੋਂ ਪਰਮੇਸ਼ਰ ਦਾ ਨਾਮ ਉਚਾਰਨ ਕਰਨਾ, ਉਹਨਾਂ ਗੁਰਮੁਖਾਂ ਦਾ ਸੰਸਾਰ ਦੇ ਵਿੱਚ ਆਇਆ ਹੋਇਆ ਸਫਲਾ ਹੋ ਜਾਂਦਾ। ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਓ ਚਿਤ ਲਾਇਆ। ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਚਿਤ ਲਾਉਣ ਵਾਲਾ ਹੀ ਜੀਵ ਸਾਧ ਸੰਗਤ ਜੀ ਸਫਲਾ ਹੁੰਦਾ, ਪਰਮੇਸ਼ਰ ਦੇ ਘਰ ਦੇ ਵਿੱਚ ਪ੍ਰਵਾਨ ਹੁੰਦਾ ਹੈ। ਤੋ ਇਸ ਕਰਕੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਜਿਨ੍ਹਾਂ ਤੇ ਪ੍ਰਮਾਤਮਾ ਨੇ ਪ੍ਰਸੰਨਤਾ ਕੀਤੀ ਹੈ, ਸਾਧ ਸੰਗਤ ਜੀ ਉਹ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕਰਦੇ ਨੇ। ਤੇ ਜਿਨ੍ਹਾਂ ਨੇ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਉਚਾਰਨ ਕੀਤਾ, ਰੱਬੀ ਗੁਣਾਂ ਨੂੰ ਯਾਦ ਕੀਤਾ, ਮਹਾਰਾਜ ਕਹਿੰਦੇ ਉਹੋ ਹੀ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋਏ ਹੈ, ਜਿਨ੍ਹਾਂ ਨੇ ਪਿਆਰ ਵਿੱਚ ਭਿੱਜ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ। ਤਿਸ
ਤਿਸ ਕੀ ਮਹਿਮਾ ਕਿਆ ਵਰਨੀਐ। ਗੁਰਸਿੱਖ ਬੇਨਤੀ ਕਰਦੇ ਹਨ, ਮਹਾਰਾਜ ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ, ਉਹਨਾਂ ਦੇ ਆਪ ਕਿਰਪਾ ਕਰਕੇ ਅਵਸਥਾ ਦੱਸੋ। ਸਤਿਗੁਰੂ ਜੀ ਕਹਿੰਦੇ ਹਨ, ਗੁਰਸਿੱਖੋ ਉਹਨਾਂ ਗੁਰਮੁਖ ਪਿਆਰਿਆਂ ਬ੍ਰਹਮ ਬੇਟਿਆਂ ਦੀ ਅਵਸਥਾ ਨੂੰ ਕੌਣ ਬਿਆਨ ਕਰ ਸਕਦਾ ਹੈ? ਉਹਨਾਂ ਦੀ ਮਹਿਮਾ ਭਲਾ ਕੌਣ ਗਾ ਸਕਦਾ ਹੈ? ਨਾਮੁਮਕਿਨ ਹੈ। ਸਮਗਰ ਰੂਪ ਦੇ ਵਿੱਚ ਉਹਨਾਂ ਬੰਦਗੀ ਕਰਨ ਵਾਲਿਆਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ, ਜੋ ਪ੍ਰਮਾਤਮਾ ਦਾ ਨਾਮ ਜਿਨ੍ਹਾਂ ਦੇ ਹਿਰਦੇ ਵਿੱਚ ਨਿਵਾਸ ਕਰ ਗਿਆ, ਮਹਾਰਾਜ ਕਹਿੰਦੇ ਉਹਨਾਂ ਦੀ ਗੁਰਸਿੱਖੋ ਭਲਾ ਕੀ ਕੋਈ ਮਹਿਮਾ ਗਾ ਸਕਦਾ ਹੈ? ਜਿਸ ਕੈ ਹਿਰਦੈ ਵਸਿਆ ਹਰ ਪੁਰਖ ਭਗਵਾਨ। ਜਿਸ ਵਡਭਾਗੇ ਪੁਰਖ ਦੇ ਹਿਰਦੇ ਅੰਦਰ ਅਕਾਲ ਪੁਰਖ ਪਰਮਾਤਮਾ ਖੱਡ ਭਰਗਾ ਸੰਪੰਨ ਸਰਬ ਗੁਣਾ ਸੰਪੰਨ ਪਰਮਾਤਮਾ ਜਿਸ ਹਿਰਦੇ ਵਿੱਚ ਜਾ ਕਰਕੇ ਵਸ ਜਾਂਦਾ ਹੈ, ਸਾਧ ਸੰਗਤ ਜੀ, ਉਹ ਸਭ ਤੇ ਉੱਚਾ ਸਭ ਤੇ ਸੁੱਚਾ ਜਾ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ। ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਵਿੱਚ ਮੁੱਖ ਵਾਕ ਹਨ, ਸਭ ਤੋਂ ਉੱਚੇ ਜੀਵਨ ਵਾਲਾ, ਸੁੱਚੇ ਜੀਵਨ ਵਾਲਾ, ਸਭ ਤੋਂ ਪਰਮ ਜੀਵਨ ਵਾਲਾ ਉਹ ਗੁਰਮੁਖ ਪਿਆਰਾ ਬਣ ਜਾਂਦਾ ਹੈ ਜਿਸ ਹਿਰਦੇ ਅੰਦਰ ਪਰਮੇਸ਼ਰ ਆਪਣਾ ਨਿਵਾਸ ਕਰ ਦਿੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦੀ ਮਹਿਮਾ ਨੂੰ ਕੌਣ ਕਥਨ ਕਰ ਸਕਦਾ ਹੈ? ਐ ਗੁਰਸਿੱਖੋ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਆਪ ਆ ਕਰਕੇ ਨਿਵਾਸ ਕਰ ਦਿੰਦਾ ਹੈ, ਪਰਮਾਤਮਾ ਕਦੇ ਵੀ ਉਹਨਾਂ ਗੁਰਮੁਖ ਪਿਆਰਿਆਂ ਨੂੰ ਵਿਸਰਦਾ ਨਹੀਂ ਹੈ। ਹਰ ਸਵਾਸ ਦੇ ਨਾਲ ਪਰਮਾਤਮਾ ਦਾ ਚਿੰਤਨ ਕਰਦੇ ਨੇ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਦੀ ਮਹਿਮਾ ਕਿੰਨੀ ਕੁ ਕੋਈ ਵਰਣਨ ਕਰ ਲਵੇਗਾ, ਕਿਉਂਕਿ ਜਿਵੇਂ ਇੱਕ ਨਿੱਕੀ ਜਿਹੀ ਬੂੰਦ ਸਮੁੰਦਰ ਦੇ ਵਿੱਚ ਪੈ ਕੇ ਸਮੁੰਦਰ ਅਖਵਾਉਣ ਦਾ ਮਾਣ ਪ੍ਰਾਪਤ ਕਰਦੀ ਹੈ, ਇਸੇ ਪ੍ਰਕਾਰ ਜਿਨ੍ਹਾਂ ਤੇ ਪ੍ਰਮਾਤਮਾ ਦੀ ਪ੍ਰਸੰਨਤਾ ਹੋ ਜਾਂਦੀ ਹੈ, ਜਿਨ੍ਹਾਂ ਤੇ ਵਿਸ਼ੇਸ਼ ਕਰਕੇ ਪ੍ਰਮਾਤਮਾ ਤਰੁੱਠ ਕਰਕੇ ਹਿਰਦੇ ਅੰਦਰ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ, ਮਹਾਰਾਜ ਕਹਿੰਦੇ ਉਹ ਫਿਰ ਪ੍ਰਮਾਤਮਾ ਦਾ ਸਰੂਪ ਹੀ ਹੋ ਜਾਂਦੇ ਹਨ। ਤੇ ਜਿਵੇਂ ਸਾਧ ਸੰਗਤ ਜੀ ਨਿੱਕੀ ਜਿਹੀ ਬੂੰਦ ਆਪਣੀ ਹੋਂਦ ਨੂੰ ਛੱਡ ਕਰਕੇ ਸਮੁੰਦਰ ਵਿੱਚ ਪੈ ਕੇ ਸਮੁੰਦਰ ਬਣ ਜਾਂਦੀ ਹੈ, ਸਮੁੰਦਰ ਦਾ ਰੂਪ ਹੋ ਜਾਂਦੀ, ਤੇ ਉਸ ਨੂੰ ਫਿਰ ਦੁਬਾਰਾ ਵੱਖ ਤਾਂ ਨਹੀਂ ਨਾ ਕਦੇ ਕੀਤਾ ਜਾ ਸਕਦਾ। ਫਿਰ ਸਮੁੰਦਰ ਹੀ ਕਿਹਾ ਜਾਂਦਾ ਕਿ ਸਾਰਾ ਸਮੁੰਦਰ ਦਾ ਹੀ ਪਾਣੀ ਹੈ, ਇਹ ਸਾਰਾ ਕੁਝ ਸਮੁੰਦਰ ਦੇ ਵਿੱਚ ਹੀ ਹੈ। ਇਸੇ ਪ੍ਰਕਾਰ ਪਰਮੇਸ਼ਰ ਦਾ ਰੂਪ ਹੋਏ ਪਰਮੇਸ਼ਰ ਦੇ ਪਿਆਰੇ ਜਾਣਾ, ਉਹਨਾਂ ਵਿੱਚ ਵੀ ਰੰਚਕ ਮਾਤਰ ਕੋਈ ਭੇਦ ਭਿੰਨਤਾ ਨਹੀਂ ਕਦੇ ਕਥਨ ਕੀਤੀ ਜਾ ਸਕਦੀ। ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਣੀ ਵਿੱਚ ਪਾਣੀ ਮਿਲਾ ਦੀ, ਉਹਨੂੰ ਭਿੰਨ ਨਹੀਂ ਕੀਤਾ ਜਾ ਸਕਦਾ। ਇਸੇ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਔਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਜਨ ਪਰਮੇਸ਼ਰ ਦੇ ਵਿੱਚ ਮਿਲ ਜਾਣ, ਅਕਾਲ ਪੁਰਖ ਪਰਮਾਤਮਾ ਵਿੱਚ ਅਭੇਦ ਹੋ ਜਾਣ, ਉਹਨਾਂ ਵਿੱਚ ਕੋਈ ਰੰਚਕ ਮਾਤਰ ਵੀ ਭੇਦ ਨਹੀਂ ਕਦੇ ਕਥਨ ਕੀਤਾ ਜਾ ਸਕਦਾ। ਤੇ ਜੇ ਪਰਮਾਤਮਾ ਦੇ ਕੋਈ ਅੰਤ ਨਹੀਂ ਪਾ ਸਕਦਾ ਤੇ ਪਰਮਾਤਮਾ ਦਾ ਰੂਪ ਹੋਇਆ ਦਾ ਕਿਹੜਾ ਕੋਈ ਜੀਵ ਅੰਤ ਪਾ ਲਵੇਗਾ। ਇਸ ਲਈ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਐ ਗੁਰਸਿੱਖੋ ਤਿਸ ਕੀ ਮਹਿਮਾ ਕਿਆ ਵਰਨੀਐ, ਜਿਸ ਕੈ ਹਿਰਦੈ ਵਸਿਆ ਹਰ ਪੁਰਖ ਭਗਵਾਨ। ਜਿਨ੍ਹਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਵਸ ਗਿਆ, ਉਹਨਾਂ ਦੀ ਮਹਿਮਾ ਕਹਿਣੇ ਕਥਨੇ ਤੋਂ ਬਾਹਰ ਹੋ ਜਾਂਦੀ ਹੈ। ਗੋਵਿੰਦ ਗੁਣ ਗਾਈਐ ਜੀਓ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਹੇ ਪਿਆਰੇ ਮਨਾ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਆ ਕਰ। ਗੋ ਨਾਮ ਪ੍ਰਿਥਵੀ ਦਾ ਤੇ ਵਿੰਦ ਨਾਮ ਪਰਵਰਿਸ਼ ਕਰਨ ਵਾਲੇ ਪਾਲਣਾ ਕਰਨ ਵਾਲੇ ਪਰਮਾਤਮਾ ਦਾ ਹੈ। ਗੋ ਨਾਮ ਇੰਦਰੀਆਂ ਦਾ ਤੇ ਇੰਦਰੀਆਂ ਨੂੰ ਪ੍ਰਕਾਸ਼ਣ ਵਾਲਾ ਜੋ ਪ੍ਰਮਾਤਮਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਉਸ ਗੋਬਿੰਦ ਮਾਲਕ ਪਰਮੇਸ਼ਰ ਦੇ ਹੀ ਮਨਾ ਤੂੰ ਗੁਣ ਗਾਇਆ ਕਰ। ਲਾਏ ਸਤਿਗੁਰੂ ਨਾਲ ਧਿਆਨ। ਫਿਰ ਜੀ ਮੁਖ ਦੁਆਰਾ ਬੇਨਤੀ ਕਰਕੇ ਪੁੱਛਦੇ ਹਨ, ਮਹਾਰਾਜ ਕਿਵੇਂ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਕਰਾਂ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਲਾਏ ਸਤਿਗੁਰੂ ਨਾਲ ਧਿਆਨ।
ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਟਿਕਾ ਕਰਕੇ ਨਾ ਤੇ ਫਿਰ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਕਰ। ਧਿਆਨ ਨੂੰ ਇਕਾਗਰ ਕਰਕੇ ਚਿੱਤ ਬਿਰਤੀ ਨੂੰ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੋੜ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਕਰ। ਤਨ ਕਰਕੇ ਕਿਸੇ ਵੀ ਸੰਸਾਰ ਦੇ ਕੋਨੇ ਤੇ ਹੋਵੇ ਪਰ ਮਨ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਰਹੇ, ਮਨ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਰਹੇ। ਹੇ ਮੇਰੇ ਪਿਆਰੇ ਮਨਾ, ਤੂੰ ਇਉਂ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਆ ਕਰ। ਲਾਏ ਸਤਿਗੁਰੂ ਨਾਲ ਧਿਆਨ, ਕਿਉਂਕਿ ਸੰਸਾਰ ਦੇ ਵਿੱਚ ਸੰਗਤ ਜੀ ਕੋਈ ਕਿਸੇ ਦਾ ਧਿਆਨ ਲਾਉਂਦਾ, ਕੋਈ ਕਿਸੇ ਦਾ ਧਿਆਨ ਟਿਕਾਉਂਦਾ ਰਹਿੰਦਾ, ਕੋਈ ਬਾਰ-ਬਾਰ ਕਦੇ ਕਿਸੇ ਪਾਸੇ, ਕਦੇ ਕਿਸੇ ਦਾ, ਕੋਈ ਦੇਵੀ ਦੇਵਤਿਆਂ ਦਾ, ਕੋਈ ਪ੍ਰੇਤਾਂ ਆਦਿਕਾਂ ਦਾ, ਕੋਈ ਦੇਵੀ ਸ਼ਕਤੀਆਂ ਦੇ ਵਿੱਚ ਧਿਆਨ ਆਪਣਾ ਜੋੜ ਕੇ ਰੱਖਦਾ ਹੈ। ਪਰ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਵਚਨ ਹਨ, ਧਿਆਨ ਧਰੋ ਤਿਹ ਕੋ ਮਨ ਮੈਂ, ਜਿਹ ਕੋ ਅਮਿਤ ਤੋਜ ਸਭੈ ਜਗ ਛਾਇਓ। ਐ ਗੁਰਸਿੱਖੋ, ਜੇ ਧਿਆਨ ਧਾਰਨ ਕਰਨਾ ਤੇ ਉਸ ਪ੍ਰਮਾਤਮਾ ਦਾ ਧਾਰਨ ਕਰੋ ਜਿਸ ਵਾਹਿਗੁਰੂ ਦਾ ਬਲ ਮਿੱਤਣ ਤੋਂ ਰਹਿਤ ਪ੍ਰਮਾਤਮਾ ਦਾ ਬਲ, ਵਾਹਿਗੁਰੂ ਦੀ ਸ਼ਕਤੀ ਸਰਬ ਥਾਵਾਂ ਤੇ ਵਰਤ ਰਹੀ ਹੈ। ਮਹਾਰਾਜ ਕਹਿੰਦੇ ਜੇ ਪਰਮੇਸ਼ਰ ਦੇ ਗੁਣ ਗਾਉਣੇ ਆ ਨਾ, ਲਾਏ ਸਤਿਗੁਰੂ ਨਾਲ ਧਿਆਨ। ਸਤਿਗੁਰੂ ਦੇ ਚਰਨਾਂ ਵਿੱਚ ਮਹਾਰਾਜ ਕਹਿੰਦੇ ਧਿਆਨ ਟਿਕਾਇਆ ਕਰ। ਤੇ ਗਰੀਬ ਨਵਾਜ ਸਤਿਗੁਰੂ ਜੀ ਸ਼ਬਦ ਰੂਪ ਹਨ, ਸ਼ਬਦ ਹੀ ਸਤਿਗੁਰੂ ਜੀ ਦਾ ਸਰੂਪ ਹੈ। ਜਿਵੇਂ ਮਹਾਰਾਜ ਸਾਹਿਬ ਜੀ ਦੇ ਅਸੀਂ ਬਚਨ ਪੜ੍ਹਦੇ ਹਨ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ ਸਰੂਪ ਹੈ ਤੇ ਗੁਰੂ ਬਾਣੀ ਸਰੂਪ ਹੈ। ਤੇ ਜਿਹੜੇ ਗੁਰਸਿੱਖ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਪੜ੍ਹਦੇ ਹਨ, ਆਪਣੇ ਚਿੱਤ ਨੂੰ ਗੁਰੂ ਕੀ ਬਾਣੀ, ਗੁਰੂ ਕੇ ਸ਼ਬਦਾਂ ਦੇ ਨਾਲ ਜੋੜ ਕਰਕੇ ਰੱਖਦੇ ਐ। ਮਹਾਰਾਜ ਕਹਿੰਦੇ ਉਹ ਵੀ ਪਰਮੇਸ਼ਰ ਦੇ ਗੁਣ ਗਾਉਂਦੇ ਹੋਏ, ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰਨ ਕਰਦੇ ਹੋਏ ਪਰਮੇਸ਼ਰ ਦਾ ਸਰੂਪ ਹੀ ਹੋ ਜਾਂਦੇ ਹਨ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਵਾ ਸਮਾਓ। ਸ਼ਬਦ ਰੂਪ ਰਤਨ ਦੇ ਨਾਲ ਜਿਹੜਾ ਮਨ ਜੁੜ ਜਾਣਾ, ਇਹੋ ਪ੍ਰਮਾਤਮਾ ਦੀ ਅਭੇਦਤਾ ਹੈ। ਰਹਾਉ ਵਿਸਰਾਮ ਦੇ ਕਰਕੇ ਸਤਿਗੁਰੂ ਜੀ ਉਚਾਰਨ ਕਰਦੇ ਹਨ, ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ। ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ ਆਪ ਜੀ ਉਪਦੇਸ਼ ਦਿੰਦੇ ਹੋ ਕਿ ਸਤਿਗੁਰੂ ਜੀ ਦੀ ਸੇਵਾ ਕਰਨੀ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਪੂਰੇ ਸਤਿਗੁਰਾਂ ਦੀ ਕੀ ਨਿਸ਼ਾਨੀ ਹੈ ਤੇ ਮਹਾਰਾਜ ਸੇਵਾ ਕਿਵੇਂ ਕਰਨੀ ਚਾਹੀਦੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਹ ਸਤਿਗੁਰੂ ਪੂਰਾ ਹੈ, ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ। ਤੇ ਉਹਨਾਂ ਸਤਿਗੁਰਾਂ ਦੇ ਚਰਨਾਂ ਦੀ ਕੀਤੀ ਹੋਈ ਸੇਵਾ ਮਹਾਰਾਜ ਕਹਿੰਦੇ ਫਲਾਂ ਦੇ ਸਹਿਤ ਹੁੰਦੀ ਹੈ, ਕਦੇ ਵਿਅਰਥ ਨਹੀਂ ਜਾਂਦੀ। ਜੇ ਪੂਰੇ ਸਤਿਗੁਰੂ ਜੀ ਦੇ ਚਰਨਾਂ ਦੀ ਗੁਰਸਿੱਖ ਨੇ ਭਾਵਨਾ ਦੇ ਨਾਲ ਸੇਵਾ ਕੀਤੀ ਹੋਵੇ, ਥੋੜੇ ਤੋਂ ਥੋੜਾ ਜਿੰਨਾ ਸਮਾਂ ਵੀ ਪਿਆਰ ਦੇ ਨਾਲ ਸੇਵਾ ਕਰ ਲੈਂਦਾ ਹੈ, ਸਤਿਗੁਰੂ ਜੀ ਕਦੇ ਵੀ ਉਹ ਕੀਤੀ ਹੋਈ ਸੇਵਾ ਨੂੰ ਵਿਅਰਥ ਨਹੀਂ ਜਾਣ ਦਿੰਦੇ। ਕਿਉਂਕਿ ਸੱਚੇ ਪਾਤਸ਼ਾਹ ਜੀ ਤਾਂ ਇੰਨੇ ਦਇਆਵਾਨ ਹਨ। ਗਰੀਬ ਨਵਾਜ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਜੇ ਕੋਈ ਭਾਵਨਾ ਦੇ ਨਾਲ ਉਵੇਂ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਨਤਮਸਤਕ ਹੁੰਦਾ ਹੈ, ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ ਹੈ, ਸਤਿਗੁਰੂ ਜੀ ਉਹਨੂੰ ਵੀ ਕਦੇ, ਉਸ ਗੁਰਸਿੱਖ ਨੂੰ ਵੀ ਕਦੇ ਖਾਲੀ ਨਹੀਂ ਜਾਣ ਦਿੰਦੇ। ਉਹਦੇ ਝੋਲੇ ਵਿੱਚ ਵੀ ਕੋਈ ਨਾ ਕੋਈ ਜ਼ਰੂਰ ਬਰ ਜ਼ਰੂਰ ਦਾਤ ਪਾ ਦਿੰਦੇ ਹਨ। ਬਿਰਥਾ ਕੋਈ ਨਾ ਜਾਏ, ਜੇ ਆਵੈ ਤੁਧ ਆਹੇ। ਮਹਾਰਾਜ ਕਦੇ ਨਹੀਂ ਖਾਲੀ ਜਾਣ ਦਿੰਦੇ। ਤੇ ਜੋ ਗੁਰਸਿੱਖ ਭਾਵਨਾ ਦੇ ਨਾਲ ਸੇਵਾ ਕਰਦੇ, ਫਿਰ ਉਹਨਾਂ ਨੂੰ ਕਿੰਨੀਆਂ ਦਾਤਾਂ ਮਹਾਰਾਜ ਬਖਸ਼ਿਸ਼ ਕਰਦੇ ਹੋਣਗੇ। ਸਾਧ ਸੰਗਤ ਜੀ, ਗਰੀਬ ਨਵਾਜ ਹਜੂਰ ਦਾ ਮੁੱਖ ਵਾਕ ਹੈ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉ ਮੈਂ ਵਿੱਚੋਂ ਜਾਏ। ਫਲਾਂ ਦੇ ਸਹਿਤ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਦੀ ਮਹਾਨ ਤੇ ਪਰਮ ਸੇਵਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ। ਮਹਾਰਾਜ ਕਹਿੰਦੇ ਉਹ ਅਸਲ ਸਤਿਗੁਰੂ ਦੀ ਨਿਸ਼ਾਨੀ ਹੈ। ਗੁਰਬਾਣੀ ਵਿੱਚ ਮਹਾਰਾਜ ਜੀ ਨੇ ਨਿਸ਼ਾਨੀ ਦੱਸੀ ਹੈ ਪੂਰੇ ਸਤਿਗੁਰਾਂ ਦੀ।
क्योंकि संसार के अंदर अडंबर रचाउण वाले अधूरे गुरु भी बहुत बैठे हुए ने, तरह तरह के थावां थावां ते दुकानां खोल करके। पर पूरे सतगुरां दी निशानी की महाराज साहिब जी नूं बेनती करके पुछिए तो गरीब नवाज सच्चे पातशाह जी दसदे हन, जिस मिले मन होए आनंद सो सतगुर कही है। हे गुरसिखो, जिन्हां सतगुरां दे नाल मिलने करके ही चित शांत हो जावे, महाराज कहते हिरदे अंदर आनंद प्राप्त होवे, वो जानो कि पूरे सतगुरु जी हन। जिस मिले है मन होए आनंद सो सतगुर कही है। मन की दुबदा बिन सजाए हर परम पद लही है। दुबदा द्वंदवाद मिट जाता है, वो जीव परम पदवी नूं प्राप्त कर लैंदा है। ये पूरे सतगुरु जी की निशानी है। धन गुरु श्री गुरु रामदास साहिब महाराज कहते गुरसिखो ओ सतगुरु पूरा है। फिर उन्हां सतगुरां दी कीती हुई सेवा भी महाराज कहते सफली है, ज्ञान फल दाती है। जिस ते पाइयै परम निधान, जिन्हां सतगुरां दी सेवा करके अकाल पुरख वाहिगुरु जी दे स्वरूप रूपी खजाने नूं, परम खजाने नूं प्राप्त कर लईदा है। दा हिरदे अंदर ब्रह्म ज्ञान रूपी खजाना प्राप्त हो जावे, जानो कि वो सच्चे ते परम सतगुरु जी की कीती हुई सेवा सफली है। नहीं तो संसार विच कोई किसी की सेवा विच लगा है, कोई किसी की पूजन करने विच लगा रहिंदा है। पर गुरबाणी विच महाराज सच्चे पातशाह जी ने उपदेश दिता, हर की तुम सेवा करहो दूजी सेवा करहो ना कोई जी। हर की सेवा ते मन हो चिंदिया फल पाइया, दूजी सेवा जन्म बिरथा जाए जी। ऐ गुरसिखो, जे सेवा करनी है तो सतगुरु जी दी चरणा दी सेवा करो, जिस करके मानिचित फलों की प्राप्ति हुंदी है। जे कोई भावना दे नाल गुरसिख सेवा करदा है, किहड़ी दात है जिहड़ी गुरु चरणा दी सेवा करके ना मिलदी होवे। साध संगत जी, सेवा कोई जिद्दां दी परमात्मा किसी नूं समर्था देंदा उदां ही वो सेवा कर सकदा है। कोई गुरसिख तन करके सेवा करदे, हथी सेवा करदे ने, महाराज जी दी प्यारी संगत दी गुरु चरणा दी सेवा करदे है। कोई मन करके परमात्मा दा सिमरन करन रूपी सेवा करदे हन। कोई धन करके गुरमुख प्यारे सेवा करदे, गुरु की संगत वास्ते गुरु चरणा विच भेटावां अर्पण करदे है। महाराज कहते तन करके मन करके धन करके किसी तरह भी कोई जीव प्यार दे नाल सेवा कर सकता है। फिर महाराज सतगुरु जी का जिवें वचन आउंदा ना, पाछंग क्रोध अग्रणी वह निरासंग आस पूर्ण है। जिन्हां ने प्यार दे नाल सेवा कीती उन्हां निराशा दीयां आसां पूरीआं कर दित्तियां। संसार दे किसी भी कोने ते उन्हां दी आसां भावें नहीं सन पूरीआं हुंदियां। साध संगत जी, बाबा आदम जी वर्गे प्यार वाले गुरसिख वडेरी भावे आरबला हो गई सी, पर धन गुरु रामदास साहिब महाराज साहिब जी के घर प्यार दे नाल लगातार 6 महीने सेवा करते रहे सन। पति पत्नी बार बार इच्छा प्रगट करती सी कि मैनू पुत्र की प्राप्ति हो जावे, पर बाबा आदम जी बार बार झिझकते सन। महाराज जी ने एक दिन त्रुट करके वचन किया कि भाई गुरसिखा मंग ले जो तेरे मन की इच्छा है, बिना देरी तो गुरु नानक पातशाही के घर दे विचों दार तेन मिलेगी। वडेरी आरबला जान करके झिझक के कहने लगे, महाराज आप जी सिखी की दात बख्शी है, महाराज किरपा करो अपने चरणों का प्यार बख्शो। अंतरजामी सतगुरां ने वचन किया, कहंदे जो तेरे मन की इच्छा हो क्यों नहीं दात मंगदा? नहीं महाराज सिखी बख्शी है ते कमाउण दा बल बख्शो। ते हजूर ने वचन किया, जाचियो जाहे ना तोहे ते पुन आवहो भुन सार। कि गुरसिखा जी हुण नहीं ना तेरे तो दात मंगी जा रही, ते अपनी पत्नी दे नाल घरवाली दे नाल सलाह करके ते सवेरे आ करके फिर मंग ली, एक मौका तेन फिर दे देंदे हां। जदों घर जाके दसिया ते पत्नी कहण लगी, इन्ना वड्डा वधिया मौका मिलिया सी, महाराज साहिब जी ने आप वचन किया क्यों नहीं तुसीं पुत्र दी दात मंगी। चुपता धारण कर ली, कहण लगी सवेरे मैं आप नाल जावांगी। सतगुरु जी के चरणों में दोवें दंपति हाजिर होए, चरणों ते नमस्कार कीती। महाराज साहिब जी ने फिर वचन किया, गुरसिखा मंगो की मंगना चाहते हो। ते बाबा आदम जी तां
ਚੁੱਪ ਕਰਕੇ ਪਾਸ ਖਲੋਤੇ ਰਹੇ ਤੇ ਇਹਨਾਂ ਦੇ ਘਰ ਵਾਲੀ ਧਰਮ ਪਤਨੀ ਬੇਨਤੀ ਕਰਨ ਲੱਗੀ, ਮਹਾਰਾਜ ਜੇ ਤਰੁੱਠੇ ਹੋ ਤਾਂ ਪੁੱਤਰ ਦੀ ਦਾਤ ਬਖਸ਼ੋ। ਗਰੀਬ ਨਵਾਜ, ਹੋਰ ਸਾਡੇ ਮਨ ਦੀ ਕੋਈ ਇੱਛਾ ਨਹੀਂ, ਸੱਚੇ ਪਾਤਸ਼ਾਹ ਸਾਨੂੰ ਪੁੱਤਰ ਦੀ ਦਾਤ ਬਖਸ਼ੋ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਨੇਤਰ ਬੰਦ ਕੀਤੇ, ਅਡੋਲ ਚੌਂਕੜਾ ਲੱਗਾ ਹੋਇਆ। ਸਾਧ ਸੰਗਤ ਜੀ, ਕਿੰਨੇ ਸਮੇਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਖੋਲੇ ਐ ਤੇ ਬਚਨ ਕੀਤਾ, ਕਹਿਣ ਲੱਗੇ, ਭਾਈ ਤੁਹਾਡੇ ਕਰਮਾਂ ਵਿੱਚ ਹੀ ਪੁੱਤਰ ਦੀ ਦਾਤ ਨਹੀਂ ਪਰਮੇਸ਼ਰ ਨੇ ਲਿਖੀ। ਨੇਤਰਾਂ ਵਿੱਚੋਂ ਹੰਝੂ ਵਗਣ ਲੱਗ ਪਏ। ਮਹਾਰਾਜ ਜੀ ਨੇ ਦੁਬਾਰਾ ਫਿਰ ਬਚਨ ਕੀਤਾ, ਕਹਿਣ ਲੱਗੇ, ਹੋਰ ਕੁਝ ਮੰਗ ਲਓ। ਕਹਿੰਦੇ, ਨਹੀਂ ਮਹਾਰਾਜ, ਹੋਰ ਕੋਈ ਸਾਡੀ ਇੱਛਾ ਹੀ ਨਹੀਂ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਬਚਨ ਕੀਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੋਂ ਤੁਹਾਡੀ ਮੁਰਾਦ ਪੂਰੀ ਹੋਵੇਗੀ। ਭਾਵੇਂ ਤੁਹਾਡੇ ਕਰਮਾਂ ਵਿੱਚ ਦਾਤ ਨਹੀਂ ਹੈ, ਪਰ ਆਪਣੀ ਭਗਤੀ ਦੀ ਅੰਸ਼ ਵਿੱਚੋਂ ਤੁਹਾਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰਨ ਲੱਗੇ ਹਾਂ। ਇਸ ਕਰਕੇ ਜੋ ਤੁਹਾਡੇ ਘਰ ਦੇ ਵਿੱਚ ਪੁੱਤਰ ਜਨਮੇਗਾ ਉਹਦਾ ਨਾਮ ਭਾਈ ਭਗਤੂ ਰੱਖਣਾ। ਸਾਧ ਸੰਗਤ ਜੀ, ਸਤਿਗੁਰੂ ਜੀ ਦਾ ਕਹਿਆ ਹੋਇਆ ਬਚਨ ਸਮਾਂ ਆਉਣ ਤੇ ਫਲਿਆ। ਬਾਬਾ ਆਦਮ ਜੀ ਦੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ, ਉਹਦਾ ਨਾਮ ਭਾਈ ਭਗਤੂ ਰੱਖਿਆ ਗਿਆ। ਸੇਵਾ ਸਾਧ ਸੰਗਤ ਜੀ, ਕਿੰਨੀ ਵਡਮੁੱਲੀ ਦਾਤ ਹੈ, ਕਿੰਨੀ ਪਰਮ ਤੇ ਅਮੋਲਕ ਦਾਤ ਹੈ। ਜੇ ਕਰਮਾਂ ਵਿੱਚ ਵੀ ਦਾਤ ਨਹੀਂ ਲਿਖੀ ਮਹਾਰਾਜ ਸੱਚੇ ਪਾਤਸ਼ਾਹ, ਫੇਰ ਵੀ ਗਰੀਬ ਨਵਾਜ ਸਤਿਗੁਰੂ ਜੀ ਦਾਤ ਬਖਸ਼ਿਸ਼ ਕਰ ਦਿੰਦੇ ਐ। ਐਸੀ ਮਹਾਨ ਤੇ ਪਰਮ ਦਾਤ ਹੈ ਗੁਰੂ ਚਰਨਾਂ ਦੀ ਸੇਵਾ ਕਰਨੇ ਦੀ। ਇਸ ਕਰਕੇ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਐ ਗੁਰਸਿੱਖੋ ਜਿਸ ਤੇ ਪਾਈਐ ਪਰਮ ਨਿਧਾਨ। ਮਹਾਰਾਜ ਕਹਿੰਦੇ ਪਰਮ ਖਜ਼ਾਨਿਆਂ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਮਨ ਇਛਿਤ ਫਲਾਂ ਦੀ ਦਾਤ ਮਿਲ ਜਾਂਦੀ ਹੈ। ਉਹ ਸਤਿਗੁਰੂ ਦੀ ਚਰਨਾਂ ਦੀ ਕੀਤੀ ਹੋਈ ਸੇਵਾ ਸਫਲ ਹੋ ਜਾਂਦੀ ਹੈ। ਜੋ ਦੂਜੈ ਭਾਏ ਸਾਖਤ ਕਾਮਨਾ ਅਰਥ ਦੁਰਗੰਧ ਸਰੇਵ ਦੇ। ਤੇ ਜਿਹੜੇ ਸਾਖਤ ਜੀਵ ਹੈ ਨਾ, ਸ਼ਕਤੀ ਦੇ ਮਾਇਆ ਦੇ ਉਪਾਸ਼ਕ ਹਨ, ਭਾਵ ਜਿਹੜੇ ਮਨਮੁਖ ਜੀਵ ਹੈ, ਮਨ ਮੱਤਾਂ ਕਰਦੇ, ਸਤਿਗੁਰੂ ਜੀ ਤੋਂ ਮਨ ਬਾਣੀ ਸਰੀਰ ਕਰਕੇ ਬੇਮੁਖ ਹੋ ਕਰਕੇ ਰਹਿੰਦੇ ਹਨ। ਐਸੇ ਜਿਹੜੇ ਸ਼ਕਤੀ ਦੇ ਉਪਾਸ਼ਕ ਸਾਖਤ ਪੁਰਸ਼ ਹੈ, ਮਹਾਰਾਜ ਕਹਿੰਦੇ ਇੱਕ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਛੱਡ ਕੇ ਦੂਜੇ ਭਾਈ ਦਵੇਸ਼ ਭਾਵਨਾ ਵਿੱਚ ਆਪਣਾ ਚਿੱਤ ਲਾ ਕੇ ਰੱਖਦੇ ਹਨ। ਫਿਰ ਕਾਹਦਾ ਸਿਮਰਨ ਕਰਦੇ ਹੈ, ਕਾਹਦੀ ਯਾਦ ਵਿੱਚ ਜੁੜੇ ਰਹਿੰਦੇ, ਜਿਹੜੇ ਸੰਸਾਰ ਦੇ ਵਿਸ਼ਿਆਂ ਦੇ ਸੁੱਖ ਹਨ, ਵਿਕਾਰਾਂ ਦੇ ਸੁੱਖ ਹਨ, ਉਹਨਾਂ ਵਿੱਚ ਆਪਣੇ ਮਨ ਨੂੰ ਪਰਚਾ ਕੇ ਰੱਖਦੇ ਹੈ। ਪਰਮੇਸ਼ਰ ਦਾ ਨਾਮ ਜਪਣਾ ਛੱਡ ਕੇ, ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਨਾ ਛੱਡ ਕੇ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੰਸਾਰ ਦੇ ਵਿਸ਼ੇ ਸੁੱਖਾਂ ਦੇ ਵਿੱਚ ਹਰ ਸਮੇਂ ਆਪਣੇ ਮਨ ਨੂੰ ਪਰਚਾ ਕੇ ਰੱਖਦੇ ਹਨ। ਇਸ ਕਰਕੇ ਹਜੂਰ ਕਹਿੰਦੇ ਜੋ ਦੂਜੇ ਭਾਏ ਸਾਖਤ ਕਾਮਨਾ ਅਰਥ ਦੁਰਗੰਧ ਸਰੇਵ ਦੇ। ਦੁਰਗੰਧੀ ਵਾਲੇ ਜਿਹੜੇ ਸਾਧ ਸੰਗਤ ਜੀ ਵਿਸ਼ੇ ਵਾਸ਼ਨਾਵਾਂ ਹਨ, ਉਹਨਾਂ ਦਾ ਹੀ ਸਿਮਰਨ ਕਰਦੇ ਰਹਿੰਦੇ, ਉਹਨਾਂ ਦੀ ਯਾਦ ਵਿੱਚ ਹੀ ਹਰ ਸਮੇਂ ਲੱਗੇ ਰਹਿੰਦੇ ਹੈ। ਸੰਸਾਰ ਦੇ ਵਿਸ਼ੇ ਸੁੱਖਾਂ ਨੂੰ ਮਾਨਣ ਦੇ ਵਿੱਚ, ਵਿਕਾਰਾਂ ਨੂੰ ਭੋਗਣ ਦੇ ਵਿੱਚ ਹੀ ਮਹਾਰਾਜ ਕਹਿੰਦੇ ਲੱਗੇ ਰਹਿੰਦੇ ਹਨ। ਸੋ ਨਿਹਫਲ ਸਭ ਅਗਿਆਨ। ਉਹਨਾਂ ਸੰਸਾਰ ਦੇ ਸਾਖਤੀ ਜੀਵਾਂ ਦਾ ਕੀਤੀਆਂ ਹੋਈਆਂ ਸਾਧਨਾਵਾਂ ਸਭ ਨਿਸਫਲ ਚਲੀਆਂ ਜਾਂਦੀਆਂ ਨੇ। ਕਿਉਂਕਿ ਇੱਕ ਪਾਸੇ ਮਨਮੁਖ ਬੰਦਾ ਵੀ ਦਾਵਾ ਕਰਦਾ, ਜੀ ਮੈਂ ਵੀ ਨਾਮ ਜਪਦਾ, ਮੈਂ ਵੀ ਸੰਸਾਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਸਾਧਨਾਵਾਂ ਕਰਦਾ, ਕਰਮ ਕਾਂਡ ਆਦਿ ਕਰਦਾ, ਪਰ ਹਜੂਰ ਕਹਿੰਦੇ ਅਗਿਆਤ ਹੋਣੇ ਕਰਕੇ ਉਹਨਾਂ ਦਾ ਕੀਤੀਆਂ ਹੋਈਆਂ ਸਾਧਨਾਵਾਂ ਕਦੇ ਸਫਲੀਆਂ ਨਹੀਂ ਹੁੰਦੀਆਂ, ਨਿਸਫਲ ਹੀ ਰਹਿ ਜਾਂਦੀਆਂ ਹਨ। ਜਿਤਨਾ ਮਰਜੀ ਕੋਈ ਸੰਸਾਰ ਦੇ ਅੰਦਰ ਸਾਧਨਾਵਾਂ ਕਰਦਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਗਿਆਨਤਾ ਵਿੱਚ ਲੱਗਣੇ ਕਰਕੇ ਉਹਨਾਂ ਦੀਆਂ ਕੀਤੀਆਂ ਹੋਈਆਂ ਸਾਧਨਾਵਾਂ ਅਜਾਈ ਚਲੀਆਂ ਜਾਂਦੀਆਂ ਹਨ। ਜਿਸਨੋ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਵੈ। ਸੱਚੇ ਪਾਤਸ਼ਾਹ ਜੀ ਪਰਮਾਤਮਾ ਦੇ ਘਰ ਦੇ ਵਿੱਚ ਕਿਹਨਾਂ ਦਾ ਗਾਵਿਆ ਹੋਇਆ ਥਾਏ ਪੈਂਦਾ, ਕਿਉਂਕਿ ਗਾਉਣ ਵਾਲੇ ਤੇ ਬਹੁਤ ਸੰਸਾਰ ਦੇ ਅੰਦਰ ਜੀਵ ਹਨ। ਕੋਈ ਮਹਾਰਾਜ ਸਾਜ਼ਾਂ ਦੇ ਨਾਲ, ਕੋਈ ਕਿਸੇ ਤਰ੍ਹਾਂ ਦਾ ਸਾਜ਼ ਲੈ ਕੇ ਪਰਮਾਤਮਾ ਦੇ ਗੁਣ ਗਾਉਂਦਾ, ਕੋਈ ਕਿਸੇ ਪ੍ਰਕਾਰ ਦਾ ਸਾਜ਼ ਲੈ ਕੇ ਗੁਣ ਗਾਉਂਦਾ, ਕੋਈ ਉਵੇਂ ਰਸਨਾ ਤੋਂ ਪਰਮੇਸ਼ਰ ਦੇ ਗੁਣ ਗਾਈ ਜਾਂਦਾ, ਕੋਈ ਹਿਰਦੇ ਕਰਕੇ ਗਾਉਂਦਾ ਹੈ, ਕੋਈ ਬੈਖਰਾ ਬਾਣੀ ਨਾਲ, ਕੋਈ ਮਧਮਾ ਨਾਲ,
कोई परा बाणी नाल, कोई पसंती बाणी दे नाल तमाम तरह तरह के संसार भर दे जीव तरह तरह करके परमेश्वर दे गुण गाउंदे है। पर किन्हां दा गाविया होया थाए पैंदा। धन गुरु रामदास साहिब महाराज कहंदे जिन्हां दे हिरदे अंदर पूर्ण विश्वास हुंदा है, जिन्हां दे हिरदे अंदर भरोसा हुंदा है, सतगुरु जी दे चरणां ते महाराज कहंदे उन्हां दा गाविया होया थाए पै जांदा है, उन्हां दा गाविया होया सफला हो जांदा है, परमेश्वर दे घर दे विच प्रवान हो जांदा है। सो पावै दरगह मान। महाराज उन्हां नूं दात की प्राप्त हुंदी, कहंदे ओ परमात्मा दे घर दे विच मान प्राप्त करदे, सच्ची दरगाह दे विच वाहिगुरू जी दे स्वरूप रूपी मान प्राप्त कर लैंदे है। जो गुरमुख प्यारे हिरदे अंदर पूर्ण विश्वास धारण करके गुरु की बाणी पढ़दे सेवा और सिमरन करदे हन, जिन्हां दे हिरदे अंदर भरोसा है, गुरबाणी पढ़दे महाराज सच्चे पातशाह जी नूं हाजर नाजर जान के गुरु की बाणी दा जाप करना और नितनेम करना, सिमरन करना, सेवा करना, मन विच भय ते प्रेम धारण करना, सच्चे पातशाही नूं प्रतख हाजर नाजर जान करके सिमरन करना। महाराज कहंदे उन्हां दे मन विच पूर्ण विश्वास हुंदा है और इस करके पूर्ण प्रतीत होने करके उन्हां दा गाविया होया परमेश्वर दे घर दे विच प्रवान हो जांदा है। महाराज धन गुरु रामदास साहिब पातशाह कहंदे गुरसिखो ਉਹ ਵਾਹਿਗੁਰੂ ਦੇ ਸਰੂਪ ਰੂਪੀ ਮਾਣ ਨੂੰ ਪ੍ਰਾਪਤ ਕਰ ਲੈਂਦੇ ਹਨ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ। ਪਰ ਮਹਾਰਾਜ ਜਿਨ੍ਹਾਂ ਦੇ ਮਨ ਵਿੱਚ ਭਰੋਸਾ ਨਹੀਂ ਹੁੰਦਾ ਉਹਨਾਂ ਦੀ ਕਿੱਦਾਂ ਦੀ ਹਾਲਤ ਹੈ। ਸਤਿਗੁਰੂ ਜੀ ਕਹਿੰਦੇ ਗੁਰਸਿੱਖੋ ਬਿਨਾ ਪ੍ਰਤੀਤ ਤੋਂ ਬਿਨਾ ਭਰੋਸਾ ਕੀਤਿਆਂ ਤੋਂ ਭਾਵੇਂ ਝੂਠਾ ਝੂਠੀ ਬਾਰ-ਬਾਰ ਅੱਖਾਂ ਮੀਟੀ ਜਾਣ ਪਰ ਮਨ ਵਿੱਚ ਭਰੋਸਾ ਨਾ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੂਰਨ ਵਿਸ਼ਵਾਸ ਨਾ ਹੋਵੇ ਪਰ ਅੱਖਾਂ ਬਾਰ-ਬਾਰ ਮੀਟੀ ਜਾਣ, ਲੋਕ ਵਿਖਾਵਾ ਕਰਨ ਦੇ ਵਾਸਤੇ ਕਿ ਸਾਨੂੰ ਪੂਰਨ ਵਿਸ਼ਵਾਸ ਹੈ, ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੇ ਸਾਨੂੰ ਬਹੁਤ ਭਰੋਸਾ ਹੈ, ਮਹਾਰਾਜ ਜੀ ਦੇ ਬਚਨਾਂ ਨੂੰ ਅੱਖਾਂ ਮੀਟ-ਮੀਟ ਕਰਕੇ ਬਾਰ-ਬਾਰ ਸੁਣਦੇ ਐ, ਅੱਖਾਂ ਬੰਦ ਕਰ ਕਰਕੇ ਬਹੁਤ ਸੰਸਾਰ ਦੇ ਅੰਦਰ ਵਿਖਾਵਾ ਕਰਦੇ ਐ ਪਰ ਗੁਰੂ ਬਚਨਾਂ ਤੇ ਕੋਈ ਭਰੋਸਾ ਨਾ ਹੋਵੇ। ਉਨਕਾ ਉਤਰ ਜਾਏਗਾ ਝੂਠ ਗੁਮਾਨ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬਿਨਾਂ ਗੱਲ ਤੋਂ ਜਿਹੜਾ ਮਨ ਵਿੱਚ ਹੰਕਾਰ ਕਰਦੇ ਆ ਨਾ ਉਨਕਾ ਉਤਰ ਜਾਏਗਾ ਝੂਠ ਗੁਮਾਨ। ਝੂਠਾ ਜਿਹੜਾ ਹੰਕਾਰ ਕਰਦੇ ਆ ਜਾਂ ਝੂਠੀਆਂ ਅੱਖਾਂ ਨੂੰ ਬੰਦ ਕਰਕੇ ਤੇ ਮਨ ਵਿੱਚ ਹੰਕਾਰ ਧਾਰਨ ਕਰਕੇ ਰੱਖਦੇ ਹਨ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਤਰ ਜਾਵੇਗਾ। ਜ਼ਿਆਦਾ ਸਮਾਂ ਨਹੀਂ ਰਹਿਣ ਵਾਲਾ, ਕਿੰਨਾ ਕੁ ਸਮਾਂ ਸੰਸਾਰ ਦੇ ਲੋਕਾਂ ਦੀ ਅੱਖੀਂ ਘੱਟਾ ਪਾ ਲੈਣਗੇ। ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਜ਼ਿਆਦਾ ਨਹੀਂ ਸਮਾਂ ਕੋ ਟਿਕਣ ਵਾਲੇ, ਕਿਉਂਕਿ ਜਿਹੜਾ ਝੂਠਾ ਮਨੁੱਖ ਹੁੰਦਾ ਸੰਗਤ ਜੀ ਬਹੁਤਾ ਸਮਾਂ ਨਹੀਂ ਟਿਕ ਸਕਦਾ। ਜਿਵੇਂ ਸਿਆਣੇ ਕਹਿੰਦੇ ਆ ਨਾ ਝੂਠ ਦੇ ਪੈਰ ਨਹੀਂ ਹੁੰਦੇ ਤੇ ਪੈਰਾਂ ਤੋਂ ਬਿਨਾਂ ਬੰਦਾ ਕਿੰਨਾ ਕੁ ਸਮਾਂ ਜ਼ਮੀਨ ਤੋਂ ਉੱਚਾ ਉੱਠਾ ਰਹਿ ਸਕਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਜਿਹੜੇ ਝੂਠੇ ਸੰਸਾਰ ਦੇ ਜੀਵ ਹੈ ਨਾ ਝੂਠ ਹੀ ਅੱਖਾਂ ਨੂੰ ਬੰਦ ਕਰ ਕਰਕੇ ਜਤਾਉਂਦੇ ਕਿ ਸਾਨੂੰ ਬੜਾ ਪ੍ਰਤੀਤ ਹੈ, ਬਹੁਤਾ ਭਰੋਸਾ ਹੈ, ਪਰ ਪ੍ਰਤੀਤ ਨਾ ਹੋਣੇ ਕਰਕੇ ਮਹਾਰਾਜ ਕਹਿੰਦੇ ਉਹ ਇੱਕ ਨਾ ਇੱਕ ਦਿਨ ਸੰਸਾਰ ਦੇ ਅੰਦਰ ਜ਼ਾਹਰ ਹੋ ਹੀ ਜਾਣਾ ਕਰਦੇ ਆ। ਉਹਨਾਂ ਦਾ ਹੰਕਾਰ ਝੂਠ ਮਹਾਰਾਜ ਕਹਿੰਦੇ ਸਾਹਮਣੇ ਆ ਜਾਂਦਾ ਹੈ। ਜੇਤਾ ਜੀਓ ਪਿੰਡ ਸਭ ਤੇਰਾ। ਹੁਣ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਦੀ ਜਾਚ ਸਿਖਾਉਂਦੇ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ। ਗੁਰਸਿੱਖੋ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ, ਹੇ ਵਾਹਿਗੁਰੂ, ਹੇ ਅਕਾਲ ਪੁਰਖ ਪ੍ਰਮਾਤਮਾ ਜੀ, ਜੀਵਨ ਦੇ ਅੰਦਰ ਜੋ ਕੁਝ ਵੀ ਬਖਸ਼ਿਆ ਹੈ ਨਾ ਜੇਤਾ, ਜਿੰਨਾ ਕੁਝ ਵੀ ਸਾਨੂੰ ਜੀਵਨ ਵਿੱਚ ਮਹਾਰਾਜ ਆਪ ਜੀ ਨੇ ਦਿੱਤਾ, ਜੋ ਕੁਝ ਵੀ ਸਾਡੇ ਕੋਲ ਹੈ, ਜੋ ਪਹਿਲਾਂ ਸੀ ਉਹ ਵੀ ਆਪ ਜੀ ਨੇ ਦਿੱਤਾ ਸੀ, ਜੋ ਹੁਣ ਸਾਡੇ ਕੋਲ ਹੈ ਉਹ ਵੀ ਆਪ ਜੀ ਦਾ ਦਿੱਤਾ ਹੈ, ਆਉਣ ਵਾਲੇ ਸਮੇਂ ਵਿੱਚ ਜੋ ਕੁਝ ਹੋਵੇਗਾ ਉਹ ਵੀ ਸਭ ਕੁਝ ਆਪ ਜੀ ਦਾ ਦਿੱਤਾ ਹੋਵੇਗਾ। ਜੇਤਾ ਜੀਓ ਪਿੰਡ ਸਭ ਤੇਰਾ। ਜੀਓ ਨਾਮ ਜਿੰਦ ਦਾ ਹੈ, ਪਿੰਡ ਨਾਮ ਸਰੀਰ ਦਾ ਹੈ। ਮਹਾਰਾਜ ਸਰੀਰ ਰੂਪੀ ਪਿੰਡ ਦਿੱਤਾ ਹੈ, ਇਹਦੇ ਅੰਦਰ ਜਿੰਦ ਜਾਨ ਪਾਈ ਹੈ, ਇਹ ਸਭ ਆਪ ਜੀ ਦਾ ਹੀ ਦਿੱਤਾ ਹੈ। ਤੂੰ
ਅੰਤਰਜਾਮੀ ਪੁਰਖ ਭਗਵਾਨ। ਜਾਂ ਇਉਂ ਕਹਿ ਲਈਏ ਕਿ ਤਨ ਮਨ ਧਨ ਸਭ ਕੁਝ ਪਰਮੇਸ਼ਰ ਦਾ ਦਿੱਤਾ ਹੋਇਆ ਹੈ। ਸੰਸਾਰ ਦੇ ਵਿੱਚ ਜਨਮ ਵੀ ਪਰਮਾਤਮਾ ਦਾ ਸਾਨੂੰ ਦਿੱਤਾ ਹੈ। ਪਰਮਾਤਮਾ ਦੀ ਕਿਰਪਾ ਹੋਈ ਤਾਂ ਸਾਧ ਸੰਗਤ ਜੀ ਜਨਮ ਹੋਇਆ, ਔਰ ਜੀਵਨ ਦਾਨ ਵੀ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਦਿੱਤਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹੈ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। हे ਅਕਾਲ ਪੁਰਖ ਸਰਬ ਗੁਣਾ ਸੰਪੰਨ ਪਰਮਾਤਮਾ ਤੂੰ ਅੰਤਰਜਾਮੀ ਹੈ। ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰਜਾਮੀ ਜਾਣੈ। ਪਰਮਾਤਮਾ ਬਿਨਾਂ ਕਹਿਣੇ ਤੋਂ ਪਰਮੇਸ਼ਰ ਸਭ ਦੇ ਦਿਲਾਂ ਦੀ ਜਾਣਦਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਐਸਾ ਅੰਤਰਜਾਮੀ ਪਰਮੇਸ਼ਰ ਤੂੰ ਹੈ। ਦਾਸਨ ਦਾਸ ਕਹੈ ਜਨ ਨਾਨਕ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਬੇਨਤੀ ਕਰਨ ਦੀ ਜਾਚ ਸਿਖਾਉਂਦੇ ਨੇ, हे ਪ੍ਰਮਾਤਮਾ ਦਾਸਨ ਦਾਸ ਕਹੈ ਜਨ ਨਾਨਕ। ਮਹਾਰਾਜ ਅਸੀਂ ਤੁਹਾਡੇ ਦਾਸਾਂ ਦੇ ਵੀ ਦਾਸ ਹਾਂ। ਜਿਹੜੇ ਆਪ ਜੀ ਦੇ ਘਰ ਦੇ ਦਾਸ ਉਹਨਾਂ ਦੇ ਵੀ ਅੱਗੇ ਦਾਸ। ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਅਸੀਂ ਬੇਨਤੀ ਕਰਦੇ ਹਾਂ। ਜੇਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। हे ਪ੍ਰਮਾਤਮਾ ਜਿਵੇਂ ਆਪ ਜੀ ਕਿਰਪਾ ਕਰਕੇ ਸਾਡੇ ਤੋਂ ਵਖਿਆਨ ਕਰਵਾਵੋ, ਉਵੇਂ ਹੀ ਮਹਾਰਾਜ ਅਸੀਂ ਵਖਿਆਨ ਕਰਨ ਵਾਲੇ ਹਾਂ। ਜਿਵੇਂ ਆਪ ਜੀ ਮਹਾਰਾਜ ਬੁਲਾਉਂਦੇ ਸੀ ਉਵੇਂ ਅਸੀਂ ਬੋਲਦੇ ਸਾਂ। ਜਿਵੇਂ ਬੁਲਾ ਰਹੇ ਮਹਾਰਾਜ ਹੁਣ ਬੋਲ ਰਹੇ ਹਾਂ। ਜਿਵੇਂ ਆਉਣ ਵਾਲੇ ਸਮੇਂ ਵਿੱਚ ਬੁਲਾਵੋਗੇ ਉਸੇ ਤਰ੍ਹਾਂ ਅਸੀਂ ਬੋਲਾਂਗੇ। ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। हे ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀਓ ਜਿਵੇਂ ਆਪ ਜੀ ਬੁਲਾਉਣਾ ਚਾਹਵੇ ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਜੀਵ ਬੋਲਦੇ ਹਨ। ਤੇ ਮਹਾਂਪੁਰਖ ਬੜਾ ਸੋਹਣਾ ਪ੍ਰਮਾਣ ਇੱਥੇ ਦਿਆ ਕਰਦੇ, ਕਹਿੰਦੇ ਕਿ ਸੰਸਾਰ ਦੇ ਸਾਰੇ ਜੀਵ ਇੱਕ ਸਾਜ਼ਾਂ ਦੀ ਤਰ੍ਹਾਂ ਹਨ। ਜਿਵੇਂ ਸਾਜ਼ ਹੁੰਦੇ ਆ ਨਾ, ਸਾਜ਼ ਸਾਧ ਸੰਗਤ ਜੀ ਹਾਰਮੋਨੀਅਮ ਹੈ, ਤਬਲਾ ਹੈ, ਇਸੇ ਪ੍ਰਕਾਰ ਤਾਰਪੁਰਾ ਹੈ, ਤਾਨਪੁਰਾ ਹੈ, ਰਬਾਬ ਹੈ, ਸਰੰਗੀ ਹੈ। ਇਹ ਕਿਤਨੇ ਕਿਤਨੇ ਜਿਹੜੇ ਸਾਧ ਸੰਗਤ ਜੀ ਸਾਜ਼ ਹੈ, ਉਹਨਾਂ ਦੀਆਂ ਜੋ ਉਹਨਾਂ ਨੂੰ ਵਜਾਉਣ ਦੇ ਢੰਗ ਤਰੀਕੇ ਵੱਖੋ ਵੱਖਰੇ ਹੈ। ਜਿਹੋ ਜਿਹੇ ਇਹਨਾਂ ਸਾਜ਼ਾਂ ਦੇ ਵਿੱਚੋਂ ਕੋਈ ਆਵਾਜ਼ ਪ੍ਰਗਟ ਕਰਨੀ ਚਾਹੇ ਕਰ ਦਿੰਦਾ, ਪਰ ਆਪਣੇ ਆਪ ਨੇ ਉਹਦੇ ਵਿੱਚ ਆਵਾਜ਼ ਪ੍ਰਗਟ ਹੁੰਦੀ ਜਦੋਂ ਹੱਥਾਂ ਦੇ ਨਾਲ ਸਪਰਸ਼ਤਾ ਪ੍ਰਾਪਤ ਹੁੰਦੀ ਹੈ। ਰਬਾਬ ਦਾ ਲੱਕੜ ਦਾ ਢਾਂਚਾ ਹੁੰਦਾ, ਸਾਰਾ ਬਰੀਕ ਜੀ ਤਾਰ ਹੁੰਦੀ, ਉਹ ਤਾਰ ਦੇ ਨਾਲ ਜਦੋਂ ਹੱਥ ਸਪਰਸ਼ ਹੁੰਦਾ ਤੇ ਰਬਾਬੀ ਸਿੱਖ ਜਦੋਂ ਉਹਦੇ ਵਿੱਚੋਂ ਆਵਾਜ਼ ਜਿਹੋ ਜਿਹੀ ਪ੍ਰਗਟ ਕਰਨੀ ਚਾਹੇ, ਕੋਈ ਮੱਧਮ, ਕੋਈ ਉੱਚੀ ਸੁਰ, ਕੋਈ ਹੇਠਾਂ ਵਾਲੀ ਸੁਰ ਪ੍ਰਗਟ ਕਰਨੀ ਚਾਹੇ, ਉੱਚੀ ਆਵਾਜ਼, ਨੀਵੀਂ ਆਵਾਜ਼, ਮੱਧਮ, ਜਿੱਦਾਂ ਦੀ ਸਾਧ ਸੰਗਤ ਜੀ ਕੋਈ ਪ੍ਰਗਟ ਕਰਨੀ ਚਾਹੇ ਉਦਾਂ ਦੀ ਉਹਦੇ ਵਿੱਚੋਂ ਆਵਾਜ਼ ਪ੍ਰਗਟ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਪ੍ਰਕਾਰ ਪਰਮਾਤਮਾ ਨੇ ਸੰਸਾਰ ਦੇ ਜੀਵ ਰੂਪੀ ਸਾਜ਼ ਆਪ ਹੀ ਪਰਮੇਸ਼ਰ ਨੇ ਬਣਾਏ ਹੈ। ਤੇ ਜਿੱਦਾਂ ਦੀ ਤਾਰ ਕਿਸੇ ਦੀ ਛੇੜਦਾ ਨਾ, ਉਦਾਂ ਦੀ ਆਵਾਜ਼ ਉਹਦੇ ਅੰਦਰੋਂ ਪ੍ਰਗਟ ਹੁੰਦੀ ਹੈ। ਜਿੱਦਾਂ ਦੀ ਪ੍ਰਮਾਤਮਾ ਤਾਰ ਛੇੜ ਦਿੰਦਾ ਹੈ, ਜਿਹੋ ਜਿਹੀ ਸੁਰ ਪ੍ਰਮਾਤਮਾ ਉਹਦੇ ਅੰਦਰੋਂ ਦਬਾ ਦਿੰਦਾ ਹੈ, ਸਾਧ ਸੰਗਤ ਜੀ ਉਹੋ ਜਿਹੀ ਆਵਾਜ਼ ਪ੍ਰਗਟ ਕਰਦਾ ਹੈ। ਕੋਈ ਜੀਵ ਸੰਸਾਰ ਦੇ ਅੰਦਰ ਬੜੀ ਮਿਠਾਸ ਦੇ ਨਾਲ ਬੋਲਦਾ ਹੈ, ਕੋਈ ਸਾਧ ਸੰਗਤ ਜੀ ਕਾਲਾ ਬੋਲਦਾ ਹੈ, ਕੋਈ ਬੜਾ ਹਲੇਮੀ ਦੇ ਨਾਲ ਬਚਨ ਕਰਦਾ ਹੈ, ਕੋਈ ਕਰੋੜ ਦੇ ਵਿੱਚ ਆ ਕਰਕੇ ਬੋਲਦਾ, ਕੋਈ ਸ਼ਾਂਤੀਮਈ ਢੰਗ ਦੇ ਨਾਲ ਬਚਨ ਵਿਲਾਸ ਕਰਦਾ ਹੈ। ਪਰਮਾਤਮਾ ਜਿੱਦਾਂ ਦੀ ਉਹ ਜੀਵ ਦੇ ਅੰਦਰੋਂ ਤਾਰ ਛੇੜ ਦਿੰਦਾ ਹੈ, ਮਹਾਰਾਜ ਕਹਿੰਦੇ ਉਦਾਂ ਦੀ ਆਵਾਜ਼ ਆਪਣੇ ਅੰਦਰੋਂ ਪ੍ਰਗਟ ਕਰਦਾ ਹੈ। ਕਿਉਂਕਿ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਹਨ, ਜਿਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ। ਮਹਾਰਾਜ ਸਾਡਾ ਆਪਣਾ ਕੋਈ ਬਲ ਨਹੀਂ, ਆਪਣਾ ਸਾਡਾ ਕੋਈ ਚਾਰਾ ਨਹੀਂ। ਜੇ ਕੋਈ ਦਾਵਾ ਕਰਕੇ ਕਹੇ ਕਿ ਹਾਂ ਮੈਂ ਐਵੇਂ ਬੋਲ ਸਕਦਾ, ਸੰਗਤ ਜੀ ਉਹ ਬੰਦੇ ਦੀ ਬਹੁਤ ਵੱਡੀ ਭੁੱਲ ਹੈ। ਜਿਤਨਾ ਮਰਜ਼ੀ ਕੋ ਮਨੁੱਖ ਦਾਵਾ ਕਰੀ ਜਾਵੇ, ਪਰ ਬੋਲਦਾ ਉਹ ਕੁਝ ਹੈ ਜੋ ਪ੍ਰਮਾਤਮਾ ਬੁਲਾਉਣਾ ਚਾਹੁੰਦਾ ਹੈ। ਵਖਿਆਨ ਉਹ ਹੀ ਕਰਦਾ ਹੈ ਜੋ ਪ੍ਰਮਾਤਮਾ ਕਰਵਾਉਣਾ ਚਾਹੁੰਦਾ ਹੈ।
ਲੱਖਾਂ ਵਾਰ ਭਾਵੇਂ ਕੋਈ ਯਤਨ ਕਰੀ ਜਾਵੇ, ਬਹੁਤ ਰੱਟੇ ਲਾ ਲਾ ਕਰਕੇ ਦਾਵਾ ਕਰੇ ਕਿ ਮੈਂ ਤਾਂ ਇੰਨੇ ਰੱਟੇ ਲਾਏ, ਇਦਾਂ ਬੋਲਣਾ, ਪਰ ਨਹੀਂ। ਜਿਵੇਂ ਪਰਮੇਸ਼ਰ ਬੁਲਾਉਂਦਾ ਹੈ, ਇਹ ਜੀਵ ਉਸੇ ਤਰ੍ਹਾਂ ਹੀ ਬੋਲਣਾ ਕਰਦੇ ਆ। ਮਹਾਰਾਜ ਕਹਿੰਦੇ ਹਨ, हे ਪ੍ਰਮਾਤਮਾ, ਸਾਡਾ ਆਪਣਾ ਕੋਈ ਬਲ ਨਹੀਂ ਹੈ, ਸਾਡੀ ਕੋਈ ਸ਼ਕਤੀ ਨਹੀਂ, ਪਰਮੇਸ਼ਰ ਬੋਲਣ ਦੇ ਵਿੱਚ ਵੀ ਸਾਡੀ ਕੋਈ ਸਮਰੱਥਾ ਨਹੀਂ ਹੈ। ਸੋਹੇ ਮਹੱਲਾ ਚੌਥਾ। ਘਰ ਸਤਵਾ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਤਵੇਂ ਘਰ ਸੁਰਤਾਲ ਦੇ ਅੰਦਰ ਸੱਚੇ ਪਾਤਸ਼ਾਹ ਜੀ ਸ਼ਬਦ ਉਚਾਰਨ ਕਰਦੇ ਹੈ। ਇੱਕ ਅਦਵੈਤ ਸਰੂਪ ਹੈ, ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਰਮਾਤਮਾ ਮਿਲਦਾ ਹੈ। ਇਹ ਸ਼ਬਦ ਅੰਦਰ ਪਰਮਾਤਮਾ ਦੇ ਗੁਣ ਉਚਾਰਨ ਕਰਦੇ ਹੈ ਕਿ ਪਰਮਾਤਮਾ ਆਪ ਜੀ ਦੀ ਲੀਲਾ ਬੜੀ ਹੈਰਾਨੀਜਨਕ ਹੈ। ਮਨੁੱਖ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਬੜਾ ਕੋਈ ਹੈਰਾਨੀ ਵਾਲਾ ਕੋਈ ਕੰਮ ਕਰੇ ਨਾ ਤੇ ਬੜਾ ਬਹੁਤ ਜ਼ਿਆਦਾ ਸੰਸਾਰ ਦੇ ਅੰਦਰ ਹੈਰਾਨ ਹੁੰਦਾ। ਕੋਈ ਵੱਖਰਾ ਕੰਮ ਕਰੇ ਤਾਂ ਸੰਸਾਰ ਦੇ ਲੋਕ ਵੀ ਦੇਖ ਕਰਕੇ ਹੈਰਾਨ ਹੁੰਦੇ ਐ, ਪਰ ਪਰਮੇਸ਼ਰ ਦੀ ਲੀਲਾ ਇੰਨੀ ਜ਼ਿਆਦਾ ਹੈਰਾਨੀਜਨਕ ਹੈ ਜੋ ਮਨੁੱਖ ਦੀ ਸੋਚਣ ਸ਼ਕਤੀ ਤੋਂ ਵੀ ਪਰੇ ਹੈ। ਉਹ ਬੁੱਧੀ ਦੇ ਬਲ ਦੇ ਨਾਲ ਸੋਚ ਵੀ ਨਹੀਂ ਸਕਦਾ ਉੱਥੋਂ ਤੱਕ ਕਿ ਪਰਮਾਤਮਾ ਦੇ ਕਿੰਨੇ ਅਚੰਭੇ ਦੇ ਕੌਤਕ, ਹੈਰਾਨ ਕਰ ਦੇਣ ਵਾਲੇ ਪਰਮਾਤਮਾ ਦੇ ਕੌਤਕ ਹਨ। ਪਰਮਾਤਮਾ ਉਹ ਕੁਝ ਕਰ ਸਕਦਾ ਜੋ ਮਨੁੱਖ ਨੇ ਕਦੇ ਸੋਚਿਆ ਤੱਕ ਵੀ ਨਹੀਂ ਹੁੰਦਾ। ਜੀਵਨ ਦੇ ਅੰਦਰ ਮਨੁੱਖ ਵਿਚਾਰ ਕਰਕੇ ਦੇਖ ਲਵੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੁਝ ਪ੍ਰਮਾਣ ਦੇ ਕਰਕੇ ਉਪਦੇਸ਼ ਦਿੱਤਾ ਹੈ ਔਰ ਪ੍ਰਮਾਤਮਾ ਦਾ ਜਸ ਗਾਉਂਦਿਆਂ ਹੋਇਆ ਹਜ਼ੂਰ ਉਚਾਰਨ ਕਰਦੇ ਕਿ ਪ੍ਰਮਾਤਮਾ ਆਪ ਜੀ ਦੇ ਬੇਅੰਤ ਗੁਣ ਹਨ। ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮੰਗਲ ਕਰਕੇ ਅੱਗੇ ਸ਼ਬਦ ਉਚਾਰਨ ਕਰਦੇ ਹਨ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ। हे ਪ੍ਰਮਾਤਮਾ ਜੀ, ਆਪ ਜੀ ਦੇ ਕਿਹੜੇ ਕਿਹੜੇ ਗੁਣ ਉਚਾਰਨ ਕਰਨਾ ਕਰਾਂ। ਮਹਾਰਾਜ ਆਪ ਜੀ ਦੇ ਗੁਣ ਬੇਅੰਤ ਹਨ, ਸਾਡੀ ਰਸਨਾ ਇੱਕ ਹੈ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਕਿਸੇ ਪੱਖ ਤੋਂ ਵੀ ਮਹਾਰਾਜ ਆਪ ਜੀ ਦਾ ਕਦੇ ਕੋਈ ਅੰਤ ਨਹੀਂ ਪਾ ਸਕਦਾ। ਕਿਹੜੇ ਕਿਹੜੇ ਗੁਣ ਮਹਾਰਾਜ ਆਪ ਜੀ ਦੇ ਅਸੀਂ ਕਥਨ ਕਰਨਾ ਕਰੀਏ। ਸਾਹਿਬ ਗੁਣੀ ਨਿਧਾਨਾ। हे ਪ੍ਰਮਾਤਮਾ, ਤੂੰ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਫਿਰ ਸ਼ੁਭ ਗੁਣਾ ਦਾ ਖਜ਼ਾਨਾ ਹੈ। हे ਪ੍ਰਮਾਤਮਾ, ਆਪ ਜੀ ਦੇ ਨਾਂ ਤਾਂ ਨਿਰਗੁਣ ਸਰੂਪ ਦੇ ਵਿੱਚ ਗੁਣਾਂ ਨੂੰ ਗਾਇਆ ਜਾ ਸਕਦਾ, ਨਾ ਸਰਗੁਣ ਸਰੂਪ ਦੇ ਵਿੱਚ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ। ਮਹਾਰਾਜ ਕਿਹੜੇ ਕਿਹੜੇ ਗੁਣ ਆਪ ਜੀ ਦੇ ਸਰਗੁਣ ਸਰੂਪ ਦੇ ਗਾਵਾ, ਉਹ ਵੀ ਕਹਿਣੇ ਕਥਨੇ ਤੋਂ ਬਾਹਰ ਹਨ। ਜਿਨ੍ਹਾਂ ਨੂੰ ਸੰਸਾਰ ਦੇ ਲੋਕਾਂ ਨੇ ਵੀ ਦੇਖਿਆ, ਅੱਖੀਂ ਡੇਠਣਾ ਕੀਤਾ, ਉਹ ਵੀ ਮਹਾਰਾਜ ਸਮਗਰ ਰੂਪ ਦੇ ਵਿੱਚ ਗੁਣ ਨਹੀਂ ਗਾਏ ਜਾ ਸਕਦੇ। ਤੇ ਜਿਨ੍ਹਾਂ ਨੂੰ ਨਿਰਗੁਣ ਸਰੂਪ ਦੇ ਵਿੱਚ ਕਿਸੇ ਨੇ ਦੇਖਿਆ ਤੱਕ ਵੀ ਨਹੀਂ, ਉਹ ਮਹਾਰਾਜ ਕੀ ਕੋਈ ਬਿਆਨ ਕਰ ਸਕਦਾ ਹੈ। हे ਪ੍ਰਮਾਤਮਾ, ਤੂੰ ਸਾਹਿਬ ਗੁਣੀ ਨਿਧਾਨਾ। हे ਅਕਾਲ ਪੁਰਖ ਵਾਹਿਗੁਰੂ, ਤੂੰ ਸ਼ੁਭ ਗੁਣਾਂ ਦਾ ਖਜ਼ਾਨਾ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਮਹਾਰਾਜ ਆਪ ਜੀ ਦੇ ਕਿਹੜੇ ਕਿਹੜੇ ਗੁਣ ਗਾਈਏ। ਮਹਾਰਾਜ ਆਪ ਜੀ ਦੇ ਗੁਣ ਗਾਏ ਨਹੀਂ ਜਾ ਸਕਦੇ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। हे ਪਰਮੇਸ਼ਰ, ਕਿਹੜਾ ਜੀਵ ਹੈ ਜਿਹੜਾ ਦਾਵਾ ਕਰੇ ਕਿ ਮੈਂ ਰੱਬ ਦੇ ਸਾਰੇ ਗੁਣ ਜਾਣ ਸਕਦਾ। ਨਹੀਂ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਇਆ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, हे ਪਰਮੇਸ਼ਰ, ਆਪ ਸਾਰੀ ਸ੍ਰਿਸ਼ਟੀ ਦੇ ਮਾਲਕ ਹੋ, ਸ਼ੁਭ ਗੁਣਾਂ ਦੇ ਖਜ਼ਾਨੇ ਹੋ। ਤੁਮਰੀ ਮਹਿਮਾ ਵਰਨ ਨਾ ਸਕੋ। हे ਪ੍ਰਮਾਤਮਾ, ਆਪ ਜੀ ਦੀ ਮਹਿਮਾ ਨੂੰ ਕੋਈ ਵਰਣਨ ਨਹੀਂ ਕਰ ਸਕਦਾ। ਕੋਈ ਰਸਨਾ ਦੇ ਨਾਲ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਗਾ ਸਕਦਾ। ਫਿਰ ਸਿੱਖ ਬੇਨਤੀ ਕਰਦੇ, ਮਹਾਰਾਜ ਕਲਮ ਦੇ ਨਾਲ ਤਾਂ ਕੋਈ ਲਿਖ ਕਰਕੇ ਬਿਆਨ ਕਰ ਹੀ ਸਕਦਾ ਹੋਵੇਗਾ। ਸੱਚੇ ਪਾਤਸ਼ਾਹ ਕਹਿੰਦੇ, ਨਹੀਂ ਗੁਰਸਿੱਖੋ, ਜਿਵੇਂ ਹਜੂਰ ਦੇ ਗੁਰਬਾਣੀ ਵਿੱਚ ਬਚਨ ਆਉਂਦੇ ਆ ਨਾ ਕਿ ਜੇਕਰ ਕੋਈ ਸਾਰੀ ਬਨਸਪਤ ਦੀ ਕਲਮਾ ਬਣਾ ਲੈਣਾ ਕਰੇ, 18 ਭਾਰ ਬਨਸਪਤ ਹੈ, ਉਹ ਸਾਰੀ ਲੱਕੜ ਦੇ ਕੋਈ ਕਲਮਾ ਤਿਆਰ ਕਰ ਲਵੇ, ਸਾਰੀ ਧਰਤੀ ਨੂੰ ਕਾਗਜ਼ ਬਣਾ ਦੇਣਾ ਕਰੇ, 7 ਸਮੁੰਦਰਾਂ ਦੇ ਪਾਣੀ ਦੀ ਸਿਆਹੀ ਤਿਆਰ ਕਰ ਲਵੇ
ਤੈਨੂੰ ਚਲਾਉਣ ਵਾਲੀ ਸਾਧ ਸੰਗਤ ਜੀ ਪੌਣ ਹਵਾ ਬਣ ਜਾਵੇ, ਫਿਰ ਵੀ ਪਰਮੇਸ਼ਰ ਦੇ ਗੁਣਾਂ ਨੂੰ ਨਹੀਂ ਕਦੇ ਗਾਇਆ ਜਾ ਸਕਦਾ। ਇੰਨੇ ਬੇਅੰਤ ਪ੍ਰਮਾਤਮਾ ਦੇ ਗੁਣ ਹਨ। ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਆਖ ਰਹੇ ਨੇ, ਤੁਮਰੀ ਮਹਿਮਾ ਵਰਨ ਨਾ ਸਕੋ। हे ਪ੍ਰਮਾਤਮਾ, ਆਪ ਜੀ ਦੀ ਮਹਿਮਾ ਕਹਿਣੇ ਕਥਨੇ ਤੋਂ ਬਾਹਰ ਹੈ। ਸਮਗਰ ਰੂਪ ਦੇ ਵਿੱਚ ਮਹਾਰਾਜ ਆਪ ਜੀ ਦੀ ਮਹਿਮਾ ਨੂੰ ਨਹੀਂ ਵਰਣਨ ਕੀਤਾ ਜਾ ਸਕਦਾ। ਠਾਕੁਰ ਊਚ ਭਗਵਾਨਾ, ਕਿਉਂਕਿ ਪ੍ਰਮਾਤਮਾ ਤੋਂ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸਭ ਤੋਂ ਉੱਚਾ ਹੈ, ਸਰਬ ਗੁਣਾਂ ਸੰਪੰਨ ਹੈ। ਕੋਈ ਵੀ ਐਸਾ ਗੁਣ ਨਹੀਂ ਜਿਹੜਾ ਪ੍ਰਮਾਤਮਾ ਦੇ ਸਰੂਪ ਵਿੱਚ ਨਾ ਹੋਵੇ। ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਸਭ ਦਾ ਮਾਲਕ ਪਰਮੇਸ਼ਰ ਤੋਂ ਹੈ। हे ਵਾਹਿਗੁਰੂ, ਆਪ ਜੀ ਦੀ ਮਹਿਮਾ ਨੂੰ ਨਾ ਕਦੇ ਕੋਈ ਗਾ ਸਕਿਆ, ਨਾ ਹੀ ਕੋਈ ਆਉਣ ਵਾਲੇ ਸਮੇਂ ਵਿੱਚ ਸਮਗਰ ਰੂਪ ਦੇ ਵਿੱਚ ਗਾ ਸਕੇਗਾ। ਮੈਂ ਹਰ ਹਰ ਨਾਮ ਧਰ ਸੋਈ। ਸਤਿਗੁਰੂ ਜੀ ਕਹਿੰਦੇ ਹਨ, ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਹੀ ਆਸਰਾ ਧਾਰਨ ਕੀਤਾ ਹੋਇਆ ਹੈ। ਇਹ ਗੁਰਸਿੱਖੋ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵਾਹਿਗੁਰੂ ਜੀ ਦੇ ਨਾਮ ਨੂੰ ਜੀਵਨ ਦੇ ਵਿੱਚ ਧਾਰਨ ਕਰੋ। ਪਰਮੇਸ਼ਰ ਦੇ ਨਾਮ ਦਾ ਆਸਰਾ ਹੀ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ। ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ। हे ਮੇਰੇ ਮਾਲਕ ਪਰਮਾਤਮਾ ਜੀ, ਜਿਵੇਂ ਆਪ ਜੀ ਸਾਨੂੰ ਜੀਵਨ ਦੇ ਵਿੱਚ ਰੱਖਣਾ ਚਾਹੋ, ਉਵੇਂ ਹੀ ਮਹਾਰਾਜ ਅਸੀਂ ਰਹਾਂਗੇ। ਪਰ ਤੁਹਾਡੇ ਨਾਮ ਦਾ ਮਹਾਰਾਜ ਅਸੀਂ ਆਸਰਾ ਜੀਵਨ ਦੇ ਵਿੱਚ ਧਾਰਨ ਕੀਤਾ ਹੈ। ਕਈ ਵਾਰ ਸੰਗਤ ਜੀ, ਜੀਵਨ ਦੇ ਵਿੱਚ ਬਹੁਤ ਡਾਢੀਆਂ ਪਰਖਾਂ ਵੀ ਪ੍ਰਮਾਤਮਾ ਕਰਦਾ ਹੈ। ਨਾਮ ਜਪਣ ਵਾਲਿਆਂ ਦੀਆਂ, ਗੁਰਬਾਣੀ ਪੜ੍ਹਨ ਵਾਲੇ ਗੁਰਮੁਖਾਂ ਦੀਆਂ, ਪਰ ਜਿਨ੍ਹਾਂ ਤੇ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ, ਕਦੇ ਵੀ ਉਹ ਸਾਧ ਸੰਗਤ ਜੀ ਡੋਲਦੇ ਨਹੀਂ ਹਨ। ਜ਼ਿੰਦਗੀ ਵਿੱਚ ਭਾਵੇਂ ਬਹੁਤ ਡਾਢੀਆਂ ਪ੍ਰਮਾਤਮਾ ਕਸਵੱਟੀਆਂ ਲਾਉਂਦਾ ਹੈ, ਅਕਾਲ ਪੁਰਖ ਵਾਹਿਗੁਰੂ ਆਪਣੇ ਪਿਆਰਿਆਂ ਦੀਆਂ ਪਰਖਾਂ ਕਰਦਾ, ਪਰਚੇ ਪਾ ਦਿੰਦਾ ਹੈ, ਪਰ ਗੁਰਮੁਖ ਪਿਆਰੇ ਸਤਿਗੁਰੂ ਜੀ ਦੀ ਸ਼ਬਦ ਦਾ ਆਸਰਾ ਲੈ ਕੇ ਕਦੇ ਵੀ ਡਗਮਗਾਉਂਦੇ ਨਹੀਂ ਹਨ। ਨਾ ਕਿਸੇ ਲਾਲਚ ਦੇ ਅਧੀਨ ਹੁੰਦੇ ਐ, ਨਾ ਕਿਸੇ ਬਿਪਤਾ ਨੂੰ, ਕਿਸੇ ਔਕੜ ਨੂੰ, ਕਿਸੇ ਦੁੱਖ ਤਕਲੀਫ ਦੇ ਸਮੇਂ ਨੂੰ ਆਏ ਹੋਏ ਨੂੰ ਵੀ ਕਦੇ ਸਾਧ ਸੰਗਤ ਜੀ ਚਿਤਾਰਦੇ ਨਹੀਂ ਹੈ। ਰੱਬ ਦੇ ਕੋਈ ਗਿਲਾ, ਕੋਈ ਸ਼ਿਕਵਾ ਨਹੀਂ ਕਰਦੇ। ਇਹ ਮਨ ਵਿੱਚ ਭਾਵਨਾ ਬਣਾ ਕੇ ਪਰਮੇਸ਼ਰ ਦਾ ਜਾਪ ਜਪਦੇ ਰਹਿੰਦੇ ਹਨ। ਜੇ ਕੋਈ ਦੁੱਖ ਦਾ ਸਮਾਂ ਆਇਆ, ਕੋਈ ਔਕੜ ਦਾ, ਕੋਈ ਬਿਪਤਾ ਪੈ ਗਈ, ਕਿ ਆਖਣਾ ਕਿ ਮੇਰਾ ਕੋਈ ਪੂਰਬਲੇ ਕਰਮਾਂ ਦਾ, ਕੋਈ ਮਾੜੇ ਕਰਮਾਂ ਦਾ ਫਲ ਪਰਮੇਸ਼ਰ ਨੇ ਮੈਨੂੰ ਦਿੱਤਾ ਹੋਵੇਗਾ, ਜਿਸ ਕਰਕੇ ਮੈਨੂੰ ਜ਼ਿੰਦਗੀ ਵਿੱਚ ਦੁੱਖ ਲੱਗਾ ਹੈ। ਜੇ ਸੁੱਖ ਮਿਲਿਆ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ। ਪ੍ਰਮਾਤਮਾ, ਇਹ ਪੂਰਬਲਾ ਕੋਈ ਪੁੰਨ ਕਰਮ ਮੇਰਾ ਅੱਗੇ ਆ ਗਿਆ, ਜਿਹਦਾ ਫਲ ਆਪ ਜੀ ਨੇ ਮੈਨੂੰ ਸੁਖ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਇਹੋ ਸਾਧ ਸੰਗਤ ਜੀ ਗੁਰਮੁਖਾਂ ਦਾ ਨਿਸ਼ਚਾ ਬਣਿਆ ਰਹਿੰਦਾ ਹੈ। ਪਰ ਜਿਹੜੇ ਮਨਮੁਖ ਜੀਵ ਹੈ ਨਾ, ਉਹਨਾਂ ਦੇ ਵਿਚਾਰ ਗੁਰਮੁਖਾਂ ਦੇ ਨਾਲੋਂ ਵੱਖਰੇ ਹੋਇਆ ਕਰਦੇ ਐ। ਮਨਮੁਖ ਲੋਕ ਸੰਸਾਰ ਦੇ ਆਪਣੇ ਵਿਚਾਰ ਪ੍ਰਗਟ ਕਰਦੇ ਐ। ਜੇ ਗੁਰਬਾਣੀ ਪੜ੍ਹਨ ਵਾਲੇ ਗੁਰਮੁਖ ਨੂੰ, ਨਿਤਨੇਮ ਕਰਨ ਵਾਲੇ ਨੂੰ, ਸਿਮਰਨ ਕਰਨ ਵਾਲੇ, ਸੇਵਾ ਕਰਨ ਵਾਲੇ ਸੇਵਕ ਨੂੰ ਕੋਈ ਜ਼ਿੰਦਗੀ ਵਿੱਚ ਕੋਈ ਦੁੱਖ ਲੱਗ ਜਾਂਦਾ ਤੇ ਅੱਗੋਂ ਮਖੌਲ ਕਰਦੇ, ਦੇਖੋ ਜੀ ਆਪਾਂ ਤਾਂ ਨਾ ਕਦੇ ਨਾਮ ਜਪਦੇ, ਨਾ ਕਦੇ ਗੁਰਬਾਣੀ ਪੜ੍ਹਦੇ, ਸਾਨੂੰ ਤੇ ਕੋਈ ਦੁੱਖ ਲੱਗਦਾ ਨਹੀਂ, ਤੁਹਾਨੂੰ ਹੀ ਆ ਕਰਕੇ ਦੁੱਖ ਚੰਬੜਦੇ ਐ, ਤੇ ਫਿਰ ਤੁਹਾਡੇ ਗੁਰਬਾਣੀ ਪੜ੍ਹਨ ਦਾ ਕੀ ਲਾਭ ਹੈ? ਸਿਮਰਨ ਕਰਨ ਦਾ, ਸੇਵਾ ਕਰਨ ਦਾ ਤੁਹਾਨੂੰ ਕੀ ਫਾਇਦਾ ਹੈ? ਜਿਹੜੇ ਆਪ ਟੁੱਟੇ ਹੋਏ ਗੁਰੂ ਚਰਨਾਂ ਦੇ ਨਾਲੋਂ ਉਹ ਦੂਜਿਆਂ ਨੂੰ ਵੀ ਤੋੜਨ ਦਾ ਬਾਰ-ਬਾਰ ਯਤਨ ਕਰਦੇ ਹਨ। ਪਰ ਜੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇ, ਸਾਧ ਸੰਗਤ ਜੀ ਗੁਰਮੁਖ ਪਿਆਰੇ ਨਹੀਂ ਕਦੇ ਵੀ ਗੁਰੂ ਚਰਨਾਂ ਤੋਂ ਪਰੇ ਹੋਣਾ ਕਰਦੇ। ਮਹਾਰਾਜ ਜੀ ਦਾ ਪੱਲਾ ਨਹੀਂ ਕਦੇ ਵੀ ਛੱਡ ਕੇ ਹੋਰ ਕਿਸੇ ਦੇ ਦਰ ਤੇ ਨਹੀਂ ਕਦੇ ਜਾ ਕੇ ਭਟਕਣਾ ਕਰਦੇ। ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਜਿਨ੍ਹਾਂ ਦਾ ਸਿਦਕ ਪਰਪੱਕ ਹੋ ਜਾਂਦਾ ਹੈ, ਕੱਚੇ ਸਿਦਕ ਵਾਲੇ ਡੋਲ ਜਾਂਦੇ ਐ, ਉਹਨਾਂ ਸਾਖਤਾ ਮਨਮੁਖਾਂ ਦੀਆਂ ਗੱਲਾਂ, ਉਹਨਾਂ ਦੀਆਂ ਵਿਚਾਰਾਂ ਅਧੀਨ ਹੋ ਕਰਕੇ ਸਤਿਗੁਰੂ ਜੀ ਦਾ ਦਰ ਛੱਡ ਕੇ ਹੋਰ ਦਰ ਤੇ ਭਟਕਣਾ ਸ਼ੁਰੂ ਕਰ ਦਿੰਦੇ ਹਨ। ਪਰ ਸੰਗਤ ਜੀ, ਬੰਦਗੀ ਕਰਨ ਵਾਲਿਆਂ ਦਾ ਇਹ ਬਚਨ ਹੈ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੇ ਵਿੱਚੋਂ ਨਹੀਂ ਕੁਝ ਪ੍ਰਾਪਤ ਹੋਇਆ, ਉਹਨੂੰ ਹੋਰ ਕਿਤੇ ਜਾ ਕੇ ਵੀ ਨਹੀਂ ਪ੍ਰਾਪਤ ਹੋ ਸਕਦਾ, ਕਿਉਂਕਿ ਘਾਟਾ ਸਾਡੇ ਵਿੱਚ ਹੈ। ਦੋਸ਼ ਆਪਾਂ ਸਤਿਗੁਰੂ ਜੀ ਨੂੰ ਦਿੰਦੇ ਹਾਂ, ਮੰਗਣ ਦੀ ਸਾਨੂੰ ਜਾਚ ਨਹੀਂ।
ਸਾਧ ਸੰਗਤ ਜੀ ਦੋਸ਼ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦਿੰਦੇ ਹਾਂ, ਕਿਉਂਕਿ ਹਜੂਰ ਦੇ ਬਚਨ ਪੜ੍ਹਦੇ ਹਾਂ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਹੱਥਾਂ ਦੀਆਂ ਹਥੇੜੀਆਂ ਤੇ ਦਾਤਾਂ ਟਿਕਾ ਕੇ ਸੱਚੇ ਪਾਤਸ਼ਾਹ ਜੀ ਸਿੱਖ ਨੂੰ ਉਡੀਕਦੇ ਐ। ਪਰ ਜੇ ਸਿੱਖ ਹੀ ਹੋਰ ਪਾਸੇ ਭਟਕਦਾ ਰਹੇ, ਮਹਾਰਾਜ ਜੀ ਦੇ ਦਰ ਤੇ ਗੁਰੂ ਚਰਨਾਂ ਦੇ ਨਾਲ ਜੁੜੇ ਹੀ ਨਾ, ਗੁਰੂ ਵਾਲਾ ਬਣੇ ਹੀ ਨਾ, ਸਤਿਗੁਰੂ ਜੀ ਦੀ ਸ਼ਰਨ ਵਿੱਚ ਆਵੇ ਹੀ ਨਾ, ਉੱਥੇ ਫਿਰ ਸਤਿਗੁਰੂ ਜੀ ਦਾ ਕੋਈ ਦੋਸ਼ ਤਾਂ ਨਹੀਂ ਨਾ ਗਣਿਆ ਜਾ ਸਕਦਾ। ਉੱਥੇ ਫਿਰ ਸਿੱਖ ਦਾ ਹੀ ਦੋਸ਼ ਹੈ ਨਾ, ਘਾਟਾਂ ਫਿਰ ਸਾਡੇ ਵਿੱਚ ਹੀ ਹੈ ਨਾ। ਸਤਿਗੁਰੂ ਜੀ ਨੂੰ ਨਹੀਂ ਕਦੇ ਕੋਈ ਦੋਸ਼ ਦਿੱਤਾ ਜਾ ਸਕਦਾ। ਮਹਾਰਾਜ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਹੇ ਪ੍ਰਮਾਤਮਾ ਜੀ, ਆਪ ਜੀ ਦੇ ਨਾਮ ਦਾ ਮਨ ਬਾਣੀ ਸਰੀਰ ਕਰਕੇ ਮਹਾਰਾਜ ਅਸੀਂ ਆਸਰਾ ਧਾਰਨ ਕੀਤਾ ਹੈ। ਹੇ ਪਰਮੇਸ਼ਰ, ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ। ਮਹਾਰਾਜ ਏਦਾਂ ਦਾ ਭਰੋਸਾ, ਐਸਾ ਵਿਸ਼ਵਾਸ ਅਸੀਂ ਆਪਣੇ ਮਨ ਵਿੱਚ ਧਾਰਨ ਕੀਤਾ। ਜ਼ਿੰਦਗੀ ਵਿੱਚ ਭਾਵੇਂ ਕੋਈ ਦੁੱਖ ਦਾ ਸਮਾਂ ਆਵੇ, ਕੋਈ ਸੁੱਖ ਦਾ ਸਮਾਂ ਆਵੇ, ਮਹਾਰਾਜ ਜਿਵੇਂ ਆਪ ਜੀ ਦੁੱਖਾਂ ਵਿੱਚ ਸੁੱਖਾਂ ਵਿੱਚ ਆਪ ਜੀ ਸਾਨੂੰ ਜਿਸ ਵੀ ਸੰਸਾਰ ਦੇ ਕਿਸੇ ਵੀ ਕੋਨੇ ਤੇ ਰੱਖਣਾ ਚਾਹੋ, ਮੈਂ ਤੁਝ ਬਿਨ ਅਵਰ ਨਾ ਕੋਈ। ਮਹਾਰਾਜ ਉੱਥੇ ਅਸੀਂ ਰਹਿ ਕਰਕੇ ਪ੍ਰਸੰਨ ਹਾਂ, ਕਿਉਂਕਿ ਤੁਹਾਡੇ ਤੋਂ ਬਿਨਾਂ ਸਾਡਾ ਕੋਈ ਨਹੀਂ ਸੀ, ਨਾ ਹੈ, ਨਾ ਹੋਵੇਗਾ। ਸੰਸਾਰ ਵਿੱਚ ਮਹਾਰਾਜ ਆਪ ਜੀ ਦਾ ਦਰ ਛੱਡ ਕੇ ਜਿਹੜੇ ਹੋਰ ਦਰ ਤੇ ਜੀਵ ਭਟਕਦੇ ਠੋਕਰਾਂ ਖਾਂਦੇ ਰਹਿੰਦੇ ਐ, ਉਹਨਾਂ ਨੇ ਕਿਸੇ ਨੂੰ ਦੂਜਾ ਮੰਨਿਆ ਹੋਵੇਗਾ ਤਾਂ ਹੀ ਮਹਾਰਾਜ ਉਹ ਹੋਰਨਾਂ ਦੇ ਦਰਾਂ ਤੇ ਜਾ ਕੇ ਨੱਕ ਰਗੜਦੇ ਰਹਿੰਦੇ ਐ। ਹੇ ਗਰੀਬ ਨਵਾਜ, ਹੇ ਸੱਚੇ ਪਾਤਸ਼ਾਹ, ਪਰ ਮੇਰਾ ਗਰੀਬ ਦਾ ਹੋਰ ਕੋਈ ਨਹੀਂ ਤੁਹਾਡੇ ਤੋਂ ਬਿਨਾਂ। ਗੁਰਸਿੱਖ ਬੇਨਤੀਆਂ ਕਰਦੇ ਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਕਿਸ ਹੀ ਕੋਈ ਕੋਏ ਮੰਨ ਨਿਮਾਣੀ ਇੱਕ ਤੋਂ। ਕਿਸੇ ਨੂੰ ਕਿਸੇ ਦਾ ਆਸਰਾ ਹੋਵੇਗਾ, ਕਲਯੁਗ ਦੇ ਭਿਆਨਕ ਸਮੇਂ ਵਿੱਚ ਕਿਸੇ ਨੂੰ ਕਿਸੇ ਦਾ ਆਸਰਾ ਹੋਵੇਗਾ, ਪਰ ਸੱਚੇ ਪਾਤਸ਼ਾਹ ਮੇਰੀ ਨਿਮਾਣੀ ਜਿੰਦੜੀ ਨੂੰ ਆਪ ਜੀ ਦੇ ਚਰਨਾਂ ਦਾ ਆਸਰਾ ਹੈ। ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਭਰੋਸਾ ਵੱਧ ਜਾਂਦਾ ਹੈ, ਸੰਗਤ ਜੀ ਸੱਚ ਕਰਕੇ ਜਾਣਿਓ, ਸਤਿਗੁਰਾਂ ਦਾ ਦਰ ਛੱਡ ਕੇ ਹੋਰ ਨਹੀਂ ਕਦੇ ਵੀ ਕਿਸੇ ਦਰ ਤੇ ਜਾਂਦੇ। ਨਹੀਂ ਤਾਂ ਬਹੁਤਿਆਂ ਦਾ ਸਾਡਾ ਸੁਭਾਅ ਹੁੰਦਾ ਹੈ ਕਿ ਕਦੇ ਕੋਈ ਕਿਸੇ ਕੋਲ ਜਾ ਕੇ ਚਲਾ ਜਾਂਦਾ, ਕੋਈ ਕਿਸੇ ਕੋਲ ਜਾ ਕੇ ਸਾਧ ਸੰਗਤ ਜੀ ਕੋਈ ਪੱਤਰੀਆਂ ਖੁਲਵਾਉਣ ਲੱਗ ਪੈਂਦਾ, ਕੋਈ ਹੱਥਾਂ ਦੀਆਂ ਰੇਖਾਵਾਂ ਦਿਖਾਉਣੀਆਂ ਸ਼ੁਰੂ ਕਰ ਦਿੰਦਾ। ਇਦਾਂ ਦੀ ਸਾਡੀ ਹਾਲਤ ਹੈ। ਜੋਤਸ਼ੀਆਂ ਕੋਲ ਜਾਣਾ ਸੀ ਸ਼ੁਰੂ ਕਰ ਦਿੰਦੇ ਹਾਂ, ਪਰ ਸਤਿਗੁਰੂ ਜੀ ਨਾਲੋਂ ਕੋਈ ਸਿਆਣਾ ਤਾਂ ਨਹੀਂ ਨਾ ਕੋਈ ਸੰਸਾਰ ਭਰ ਦੇ ਵਿੱਚ। ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਦੀ ਇਜਾਜ਼ਤ ਸਿਖਾਉਂਦੇ ਨੇ, ਸੱਚੇ ਪਾਤਸ਼ਾਹ ਜਿਉ ਭਾਵੈ ਤਿਉ ਰਾਖ ਮੇਰੇ ਸੁਆਮੀ, ਮੈਂ ਤੁਝ ਬਿਨ ਅਵਰ ਨਾ ਕੋਈ। ਮਹਾਰਾਜ ਤੁਹਾਡੇ ਤੋਂ ਬਿਨਾਂ ਮੇਰਾ ਕੋਈ ਨਹੀਂ ਹੈ। ਸੱਚੇ ਪਾਤਸ਼ਾਹ ਆਪ ਹੀ ਲੋਕ ਪਰਲੋਕ ਦੇ ਵਿੱਚ ਸਾਡੀ ਰੱਖਿਆ ਕਰਨ ਵਾਲੇ ਓ। ਰਹਾਓ ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ। ਹੇ ਅਕਾਲ ਪੁਰਖ ਪ੍ਰਮਾਤਮਾ ਜੀ, ਮੈਨੂੰ ਤਾਣ ਤਨ ਕਰਕੇ ਮਨ ਕਰਕੇ ਬਲ ਵੀ ਸੱਚੇ ਪਾਤਸ਼ਾਹ ਜੀ ਤੁਹਾਡੇ ਤੋਂ ਪ੍ਰਾਪਤ ਹੋਇਆ। ਮਾਣ ਜਿਹੜਾ ਸਤਿਕਾਰ ਪ੍ਰਾਪਤ ਹੁੰਦਾ ਪਰਮੇਸ਼ਰੋਂ ਵੀ ਤੁਹਾਡੀ ਕਿਰਪਾ ਕਰਕੇ ਹੈ। ਤੂੰ ਹੈ ਮੇਰੇ ਸੁਆਮੀ, ਹੇ ਮਾਲਕ ਤੂੰ ਸਾਡਾ ਮਾਲਕ ਹੈ, ਸੱਚਾ ਮਾਲਕ ਹੈ। ਹੇ ਪ੍ਰਮਾਤਮਾ, ਤਾਣ ਵੀ ਆਪ ਜੀ ਨੂੰ ਧਾਰਨ ਕੀਤਾ ਹੈ, ਮਾਣ ਸਨਮਾਨ ਵੀ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਧਾਰਨ ਕੀਤਾ ਹੈ। ਜੇ ਮਾਣ ਹੈ ਤੂੰ ਵੀ ਮਹਾਰਾਜ ਤੁਹਾਡੇ ਸਰੂਪ ਤੇ ਹੈ। ਗੁਰਮੁਖਾਂ ਦੇ ਮਨ ਵਿੱਚ ਵੀ ਮਾਣ ਹੁੰਦਾ, ਪਰ ਆਪਣੇ ਤੇ ਨਹੀਂ, ਆਪਣੇ ਸਤਿਗੁਰੂ ਦੇ ਚਰਨਾਂ ਤੇ ਹੁੰਦਾ ਹੈ। ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ। ਉਹ ਗੁਰਮੁਖ ਜਨ ਬੇਨਤੀਆਂ ਕਰਦੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ, ਹੇ ਮਹਾਰਾਜ ਆਪ ਜੀ ਦੇ ਚਰਨਾਂ ਤੇ ਸਾਨੂੰ ਭਰੋਸਾ ਹੈ। ਤੁਹਾਡਾ ਮਾਨ ਮਹਾਰਾਜ ਅਸੀਂ ਜੀਵਨ ਦੇ ਵਿੱਚ ਧਾਰਨ ਕੀਤਾ ਹੈ। ਤਨ ਕਰਕੇ ਮਨ ਕਰਕੇ ਤਾਣ ਵੀ ਮਹਾਰਾਜ ਤੁਹਾਡਾ ਹੈ। ਹੇ ਗਰੀਬ ਨਵਾਜ, ਮਾਣ ਵੀ ਆਪ ਜੀ ਦਾ ਹੀ ਹੈ, ਆਪ ਹੀ ਸਾਡੇ ਮਾਲਕ ਹੋ। ਮੈਂ ਤੁਧ ਆਗੇ ਅਰਦਾਸ। ਇਸ ਕਰਕੇ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਹੀ ਅਸੀਂ ਅਰਦਾਸ ਕਰਦੇ ਹਾਂ। ਕੋਈ ਕਿਸੇ ਅੱਗੇ ਜਾ ਕੇ ਹੱਥ ਜੋੜਦਾ ਹੈ, ਕੋਈ ਕਿਸੇ ਅੱਗੇ ਜਾ ਕੇ ਜੋਦੜੀਆਂ ਕਰਦਾ ਹੈ,
ਪਰ ਮਹਾਰਾਜ ਮੈਂ ਆਪ ਜੀ ਦੇ ਚਰਨਾਂ ਵਿੱਚ ਤੁਹਾਡੇ ਸਨਮੁਖ ਹੋ ਕਰਕੇ ਅਰਦਾਸ ਕਰਦਾ ਤੇ ਜਿਹੜੇ ਗੁਰਸਿੱਖ ਮਨ ਬਾਣੀ ਸਰੀਰ ਕਰਕੇ ਇੱਕ ਮਨਜਿਤ ਹੋ ਕੇ ਅਰਦਾਸ ਕਰਦੇ ਆ ਨਾ, ਸੱਚੇ ਪਾਤਸ਼ਾਹ ਫਿਰ ਉਹਨਾਂ ਗੁਰਸਿੱਖਾਂ ਤੇ ਬਖਸ਼ਿਸ਼ ਕਰ ਦਿੰਦੇ ਹਨ। ਜਿਵੇਂ ਹਜੂਰ ਨੇ ਅਰਦਾਸ ਕਰਨੇ ਦੀ ਜਾਚ ਸਿਖਾਈ ਹੈ ਨਾ, ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾ ਕਉ ਬਿਗਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਉਹਨਾਂ ਨੂੰ ਮਹਾਰਾਜ ਕੋਈ ਵਿਘਨ ਨਹੀਂ ਲੱਗਣ ਦਿੰਦੇ, ਜ਼ਿੰਦਗੀ ਵਿੱਚ ਕਦੇ ਡਗ ਮਗਾਉਣ ਨਹੀਂ ਉਹਨਾਂ ਨੂੰ ਦਿੰਦੇ, ਕਦੇ ਡੋਲਣ ਨਹੀਂ ਦਿੰਦੇ, ਹਿਰਦੇ ਦੀ ਅਡੋਲਤਾ ਬਣਾ ਦਿੰਦੇ ਐ ਜੋ ਗੁਰਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ। हे ਮਹਾਰਾਜ ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣਹਿ ਰਾਸ। ਗੁਰਸਿੱਖ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਅਰਦਾਸ ਕਰਦੇ ਹਨ। ਮੈਂ ਹੋਰ ਥਾਉ ਨਾਹੀ, ਜਿਸ ਪਹਿ ਕਰੋ ਬੇਨੰਤੀ। ਕਿਉਂਕਿ ਮਹਾਰਾਜ ਮੈਨੂੰ ਹੋਰ ਕੋਈ ਥਾਂ ਹੈ ਹੀ ਨਹੀਂ ਜਿਹਦੇ ਕੋਲ ਜਾ ਕਰਕੇ ਮੈਂ ਬੇਨਤੀ ਕਰਾਂ। ਸੱਚੇ ਪਾਤਸ਼ਾਹ ਕਿਸੇ ਨੂੰ ਕਿਸੇ ਤੇ ਆਸਰਾ, ਕਿਸੇ ਨੂੰ ਕਿਸੇ ਤੇ ਆਸਰਾ ਹੈ, ਕੋਈ ਕਿਸੇ ਤੇ ਭਰੋਸਾ ਬਣਾਈ ਬੈਠਾ ਹੈ, ਕੋਈ ਕਿਸੇ ਤੇ। ਪਰ ਮਹਾਰਾਜ ਮੈਂ ਹੋਰ ਥਾਉ ਨਾਹੀ, ਸੰਸਾਰ ਦੇ ਜੀਵਾਂ ਨੂੰ ਥਾਵਾਂ ਥਾਵਾਂ ਤੇ ਭਰੋਸੇ ਬਣੇ ਹੋਏ ਐ, ਪਰ ਗਰੀਬ ਨਵਾਜ ਮੈਨੂੰ ਨਿਮਾਣੇ ਨੂੰ ਆਪ ਜੀ ਤੋਂ ਬਿਨਾਂ ਹੋਰ ਕਿਸੇ ਤੇ ਭਰੋਸਾ ਨਹੀਂ ਹੈ। ਸਾਡੀ ਨਿਮਾਣੀ ਜਿੰਦੜੀ ਨੂੰ ਤੁਹਾਡੇ ਚਰਨਾਂ ਦਾ ਆਸਰਾ ਹੈ, ਤੁਹਾਡੇ ਚਰਨਾਂ ਤੇ ਭਰੋਸਾ ਹੈ। ਇਸ ਕਰਕੇ ਮਹਾਰਾਜ ਮੈਨੂੰ ਹੋਰ ਕੋਈ ਥਾਂ ਹੈ ਹੀ ਨਹੀਂ ਹੈ। ਸਭ ਥਾਵਾਂ ਤੇ ਸੰਸਾਰ ਤੇ ਦਰ ਦਰ ਤੇ ਠੋਕਰਾਂ ਖਾ ਕਰਕੇ ਦੇਖ ਲਈਆਂ, ਪਰ ਗਰੀਬ ਨਵਾਜ ਕਿਤੇ ਵੀ ਸਾਨੂੰ ਢੋਈ ਨਹੀਂ ਪ੍ਰਾਪਤ ਹੋਈ। ਜਿਵੇਂ ਹਜੂਰ ਦੇ ਸੀ ਵਚਨ ਪੜ੍ਹਦੇ ਹਨ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਮਹਾਰਾਜ ਸਭ ਥਾਵਾਂ ਤੇ ਭਟਕ ਕਰਕੇ ਦੇਖ ਲਿਆ, ਪਰ ਕਿਤੇ ਵੀ ਸਾਨੂੰ ਢੋਈ ਨਹੀਂ ਮਿਲੀ। ਇਸ ਕਰਕੇ ਤੁਹਾਡੇ ਦਰ ਤੇ ਮਹਾਰਾਜ ਅਸੀਂ ਥੱਕ ਹਾਰ ਕੇ ਆਏ ਹਾਂ। हे ਗਰੀਬ ਨਵਾਜ ਮੈਂ ਹੋਰ ਥਾਉ ਨਾਹੀ, ਜਿਸ ਪਹਿ ਕਰੋ ਬੇਨੰਤੀ। ਹੋਰ ਕੋਈ ਥਾਂ ਮਹਾਰਾਜ ਸਾਨੂੰ ਹੈ ਹੀ ਨਹੀਂ ਹੈ। हे ਗਰੀਬ ਨਵਾਜ ਕਿੱਥੇ ਜਾ ਕਰਕੇ ਅਸੀਂ ਅਰਦਾਸ ਕਰੀਏ? ਮਹਾਰਾਜ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਸਾਡੀ ਸਹਾਇਤਾ ਕਰਨ ਵਾਲਾ, ਕੋਈ ਨਹੀਂ ਮਹਾਰਾਜ ਲੋਕ ਪਰਲੋਕ ਵਿੱਚ ਸਾਡੀ ਰੱਖਿਆ ਕਰਨ ਵਾਲਾ। ਤੁਹਾਡੇ ਤੋਂ ਬਿਨਾਂ ਕੌਣ ਹੈ ਜਿਹੜਾ ਸਾਰੀਆਂ ਦਾਤਾਂ ਦੇਣੇ ਦੇ ਸਮਰੱਥ ਹੈ? ਆਪ ਸਰਬ ਜੀਵਾਂ ਨੂੰ ਦਾਤਾਂ ਪ੍ਰਦਾਨ ਕਰਨ ਵਾਲੇ ਹੋ। हे ਗਰੀਬ ਨਵਾਜ ਇਸ ਕਰਕੇ ਤੁਹਾਡੇ ਚਰਨਾਂ ਵਿੱਚ ਹੀ ਸਾਡੀ ਅਰਦਾਸ ਹੈ। ਮੇਰਾ ਦੁੱਖ ਸੁਖ ਤੁਝ ਹੀ ਪਾਸੇ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਗੁਰਸਿੱਖੋ ਅਰਦਾਸ ਕਰਿਆ ਕਰੋ ਸਤਿਗੁਰਾਂ ਦੇ ਚਰਨਾਂ ਵਿੱਚ। ਮਹਾਰਾਜ ਜ਼ਿੰਦਗੀ ਵਿੱਚ ਜੇ ਦੁੱਖ ਦਾ ਸਮਾਂ ਆਇਆ, ਉਹ ਵੀ ਮਹਾਰਾਜ ਤੁਹਾਡੇ ਚਰਨਾਂ ਵਿੱਚ ਅਸੀਂ ਅਰਦਾਸ ਕਰਦੇ ਹਾਂ। ਜੇ ਸੁਖ ਜੀਵਨ ਦੇ ਅੰਦਰ ਆਪ ਜੀ ਨੇ ਬਖਸ਼ਿਆ, ਤਾਂ ਵੀ ਸ਼ੁਕਰਾਨੇ ਦੀ ਅਰਦਾਸ ਮਹਾਰਾਜ ਤੁਹਾਡੇ ਚਰਨਾਂ ਵਿੱਚ ਹੀ ਕਰਦੇ ਹਾਂ। ਸੱਚੇ ਪਾਤਸ਼ਾਹ ਜੇ ਜੀਵਨ ਦੇ ਅੰਦਰ ਕੋਈ ਦੁੱਖ ਦਾ, ਕੋਈ ਵਿਪਤਾ ਦਾ ਸਮਾਂ ਬਣਦਾ ਹੈ, ਉਹ ਸਮੇਂ ਵੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਕੀ ਪਤਾ ਕਿੰਨਾ ਕੋ ਵੱਡਾ ਕੋਈ ਦੁੱਖ ਹੋਵੇਗਾ ਜਿਹੜਾ ਸਤਿਗੁਰੂ ਜੀ ਇੰਨੇ ਛੋਟੇ ਜਿਹੇ ਦੁੱਖ ਦੇ ਵਿੱਚ ਮਹਾਰਾਜ ਕੱਟਦੇ ਪਏ ਹੈ। ਇਹ ਗੁਰਮੁਖਾਂ ਦਾ ਨਿਸ਼ਚਾ ਹੈ ਸੰਗਤ ਜੀ। ਸੂਲੀ ਤੋਂ ਸੂਲ ਦੇ ਵਿੱਚ ਕੱਟਣਾ ਇਹ ਸਤਿਗੁਰੂ ਜੀ ਦੀ ਸਮਰੱਥਾ, ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਹੈ। ਕਿਉਂਕਿ ਮਹਾਰਾਜ ਜੀ ਦਾ ਅਸੀਂ ਬਚਨ ਪੜ੍ਹਦੇ ਹਨ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਕਰੋੜਾਂ ਕਰਮਾਂ ਨੂੰ ਕੱਟਣ ਦੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਸ਼ਬਦ ਸਮਰੱਥ ਹੈ। ਤੇ ਜਿਹੜੇ ਗੁਰਸਿੱਖ ਪਿਆਰ ਦੇ ਨਾਲ ਸ਼ਬਦ ਦਾ ਅਭਿਆਸ ਕਰਦੇ, ਮਹਾਰਾਜ ਸਾਹਿਬ ਜੀ ਉਹਨਾਂ ਦੇ ਕਿੰਨੇ ਕਿੰਨੇ ਕਰੋੜਾਂ ਜਨਮਾਂ ਜਨਮਾਂਤਰਾਂ ਦੇ ਪਾਪ ਕਰਮ ਕੱਟ ਦਿੰਦੇ ਐ। ਪਰਮਾਤਮਾ ਦੀ ਲਿਖੀ ਹੋਈ ਲਿਖਤ ਨੂੰ ਮਿਟਾਉਂਦੇ ਨਹੀਂ ਐ, ਹਰ ਬਹੁਤੇ ਦੁੱਖ ਨੂੰ ਥੋੜੇ ਵਿੱਚ ਭੁਗਤਾ ਦਿੰਦੇ ਹਨ। ਸੂਲੀ ਤੋਂ ਸੂਲ ਦੇ ਵੀ ਸੱਚੇ ਪਾਤਸ਼ਾਹ ਜੀ ਦੁੱਖ ਕੱਟ ਦਿੰਦੇ ਐ। ਇਹ ਸਤਿਗੁਰੂ ਜੀ ਦੇ ਘਰ ਦੀ ਪਰਮ ਵਡਿਆਈ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਹਨ, हे ਪ੍ਰਮਾਤਮਾ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ। ਸੰਗਤ ਜੀ ਆਪ ਜੀ ਦੇ ਗਿਆਤ ਵਜੋਂ ਬੇਨਤੀ ਕਰ ਦੇਵਾ, ਇਹ ਜਿਹੜਾ ਪਾਸੇ ਪਾਠ ਹੈ ਨਾ, ਪੱਪੇ ਨੂੰ ਕੰਨਾਂ ਤੇ ਸੱਸੇ ਲਾ, ਇਹ ਜਿਹੜੇ ਪੁਰਾਤਨ ਸਰੂਪ ਉਹਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਪਾਠ ਆਉਂਦਾ। ਦਮਦਮਾ ਸਾਹਿਬ ਵਾਲੀ ਜੋ ਬੀੜ ਹੈ,
ਜਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜਿਹੜੀ ਹੱਥ ਲਿਖਤ ਬੀੜ ਹੈ, ਉਹਨਾਂ ਸਰੂਪਾਂ ਦੇ ਵਿੱਚ ਪਾਸੇ ਪਾਠ ਹੀ ਆਉਂਦਾ। ਪਰ ਜਿਹੜੇ ਹੁਣ ਨਵੇਂ ਸਰੂਪ ਛਪਾਈ ਹੁੰਦੇ ਪਏ, ਉਹਨਾਂ ਦੇ ਵਿੱਚ ਪਾਠ ਪਾਸ ਆਉਂਦਾ, ਪੱਪੇ ਕੰਨਾਂ ਤੇ ਸੱਸੇ ਸਿਹਾਰੀ ਹੈ। ਇਹ ਪਾਠਾਂ ਦੇ ਵਿੱਚ ਅੰਤਰ ਹੈ। ਪਰ ਜਿਹੜੇ ਪ੍ਰਾਤਨ ਸਰੂਪ ਸਨ, ਉਹਨਾਂ ਦੇ ਵਿੱਚ ਪਾਸੇ ਪਾਠ ਹੀ ਹੁੰਦਾ ਹੈ। ਇਸ ਕਰਕੇ ਸੰਪਰਦਾਇ ਪਾਠ ਵੀ ਪਾਸੇ ਕੀਤਾ ਜਾਂਦਾ ਹੈ। ਆਪ ਜੀ ਦੇ ਗਿਆਤ ਵਜੋਂ ਬੇਨਤੀ ਕੀਤੀ ਹੈ, ਕਿਉਂਕਿ ਆਪਾਂ ਘਰਾਂ ਦੇ ਵਿੱਚ ਸ੍ਰੀ ਸਹਿਜ ਪਾਠ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਔਰ ਹਰ ਰੋਜ਼ ਅਰਦਾਸਾਂ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਰਦੇ ਹਾਂ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸਾਡੇ ਦੁੱਖ ਸੁੱਖ ਆਪ ਜੀ ਦੇ ਚਰਨਾਂ ਵਿੱਚ ਹੀ ਮਹਾਰਾਜ ਅਸੀਂ ਅਰਦਾਸ ਕਰਦੇ ਆ। ਇਸ ਕਰਕੇ ਆਪ ਜੀ ਦੇ ਗਿਆਤ ਵਜੋਂ ਬੇਨਤੀ ਕੀਤੀ ਹੈ, ਮੇਰਾ ਦੁੱਖ ਸੁੱਖ ਤੁਝ ਹੀ ਪਾਸੇ, ਕਿ ਜਿਹੜਾ ਸੰਪਰਦਾਇ ਪਾਠ ਔਰ ਪ੍ਰਾਤਨ ਸਰੂਪਾਂ ਦੇ ਵਿੱਚ ਪਾਠ ਪਾਸੇ ਹੀ ਉਚਾਰਨ ਕੀਤਾ ਜਾਂਦਾ ਹੈ। ਵਿੱਚੇ ਧਰਤੀ ਵਿੱਚੇ ਪਾਣੀ। ਸਿੱਖ ਬੇਨਤੀ ਕਰਦੇ ਨੇ, ਮਹਾਰਾਜ ਪਰਮਾਤਮਾ ਦੇ ਗੁਣ ਨਹੀਂ ਕਹੇ ਜਾ ਸਕਦੇ ਸਮਗਰ ਰੂਪ ਦੇ ਵਿੱਚ, ਪਰ ਕੁਝ ਕੁ ਗੁਣ ਤਾਂ ਵਾਹਿਗੁਰੂ ਜੀ ਦੇ ਉਚਾਰਨ ਕਰੋ। ਹੈਰਾਨੀਜਨਕ ਕੌਤਕ ਪਰਮਾਤਮਾ ਦੇ ਉਚਾਰਨ ਕਰਕੇ ਦੱਸੋ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਦੇਖੋ ਪਰਮਾਤਮਾ ਦੀ ਹੈਰਾਨੀਜਨਕ ਲੀਲਾ, ਹੈਰਾਨ ਕਰ ਦੇਣ ਵਾਲੇ ਪਰਮਾਤਮਾ ਦੇ ਕੌਤਕ। ਵਿੱਚੇ ਧਰਤੀ ਵਿੱਚੇ ਪਾਣੀ। ਦੇਖ ਲਓ, ਧਰਤੀ ਦੇ ਹੇਠਾਂ ਪਾਣੀ ਹੈ, ਪਰ ਪਾਣੀ ਦੇ ਉੱਪਰ ਪਰਮਾਤਮਾ ਨੇ ਧਰਤੀ ਨੂੰ ਟਿਕਾਇਆ। ਸਾਧ ਸੰਗਤ ਜੀ, ਪਾਣੀ ਕਈ ਗੁਣਾ ਵੱਧ ਧਰਤੀ ਦੇ ਨਾਲੋਂ। ਪਾਣੀ ਦਾ ਸੁਭਾਅ ਹੈ ਨਾ ਸਾਧ ਸੰਗਤ ਜੀ, ਮਿੱਟੀ ਨੂੰ ਡੋਬਣਾ। ਪਰ ਦੇਖ ਲਓ, ਪਰਮਾਤਮਾ ਨੇ ਐਸਾ ਮਰਜ਼ਾਦਾ ਦੇ ਵਿੱਚ ਆਪਣੇ ਹੁਕਮ ਦੇ ਵਿੱਚ ਵਧਾ ਹੋਇਆ ਪਾਣੀ ਨੂੰ, ਉਹਦਾ ਸੁਭਾਅ ਤਬਦੀਲ ਕਰ ਦਿੱਤਾ, ਬਦਲ ਕਰ ਦਿੱਤਾ। ਉਹ ਡੋਬਦਾ ਨਹੀਂ ਹੈ। ਪਾਣੀ ਦੇ ਉੱਪਰ ਭਾਵੇਂ ਧਰਤੀ ਖੜੀ ਹੋਈ ਹੈ, ਮਹਾਰਾਜ ਕਹਿੰਦੇ ਵਿੱਚੇ ਧਰਤੀ ਵਿੱਚੇ ਪਾਣੀ। ਦੇਖ ਲਓ, ਇਹੋ ਕਹਿ ਲਈਏ ਪਾਣੀ ਵਿੱਚ ਧਰਤੀ ਹੈ ਤੇ ਧਰਤੀ ਪਾਣੀ ਵਿੱਚ ਹੈ। ਪਰਮਾਤਮਾ ਨੇ ਬੜੀ ਹੈਰਾਨੀਜਨਕ ਲੀਲਾ ਹੈ ਪਰਮੇਸ਼ਰ ਦੀ। ਜੇ ਸਾਧ ਸੰਗਤ ਜੀ, ਧਰਤੀ ਦੇ ਹੇਠਾਂ ਪਾਣੀ ਹੈ ਖੁਸ਼ਕ ਇਲਾਕਿਆਂ ਦੇ ਵਿੱਚ, ਤੇ ਪਾਣੀ ਦੇ ਵਿੱਚ ਵੀ ਸਾਧ ਸੰਗਤ ਜੀ ਧਰਤੀ ਹੈ। ਕੋਈ ਨਾ ਕਿਤੇ ਤਾਂ ਹੇਠਲਾ ਤਹਿ ਉਹਦੀ ਆਉਂਦੀ ਹੈ ਨਾ, ਜਿੱਥੇ ਸਮੁੰਦਰਾਂ ਦੇ ਵਿੱਚ ਵੀ ਪਾਣੀ ਹੀ ਪਾਣੀ ਹੈ। ਧਰਤੀ ਵਿੱਚ ਪਾਣੀ ਹੈ ਤੇ ਪਾਣੀ ਵਿੱਚ ਪਰਮਾਤਮਾ ਨੇ ਧਰਤੀ ਨੂੰ ਟਿਕਾਇਆ ਹੋਇਆ ਹੈ। ਕਿੰਨਾ ਹੈਰਾਨੀਜਨਕ ਪਰਮਾਤਮਾ ਦਾ ਕੌਤਕ ਹੈ। ਤੋ ਸੱਚੇ ਪਾਤਸ਼ਾਹ ਕਹਿੰਦੇ, ਗੁਰਸਿੱਖੋ, ਪਰਮਾਤਮਾ ਨੇ ਵਿੱਚੇ ਧਰਤੀ ਵਿੱਚੇ ਪਾਣੀ। ਦੇਖੋ ਕਿਵੇਂ ਵਾਹਿਗੁਰੂ ਨੇ ਧਰਤੀ ਵਿੱਚ ਪਾਣੀ ਨੂੰ ਅਤੇ ਪਾਣੀ ਨੂੰ ਧਰਤੀ ਦੇ ਵਿੱਚ ਟਿਕਾਇਆ ਹੈ। ਵਿੱਚ ਕਾਸ਼ਟ ਅਗਨ ਤਰੀਜੈ। ਤੇ ਕਾਸ਼ਟ ਕਹਿੰਦੇ ਨੇ ਲੱਕੜਾਂ ਨੂੰ। ਲੱਕੜਾਂ ਦੇ ਵਿੱਚ ਪਰਮਾਤਮਾ ਨੇ ਅਗਨੀ ਨੂੰ ਬੰਦ ਕਰਕੇ ਰੱਖਿਆ ਹੋਇਆ। ਜਿੰਨੇ ਵੀ ਲੱਕੜ ਹੈ ਨਾ, ਸਾਰੀ ਲੱਕੜ ਦੇ ਵਿੱਚ ਅੱਗ ਹੈ, ਪਰ ਗੁਪਤ ਰੂਪ ਦੇ ਵਿੱਚ ਹੈ। ਪਰਮਾਤਮਾ ਦੇ ਹੁਕਮ ਦੀ ਬੱਧੀ ਹੋਈ ਹੈ। ਜਦੋਂ ਬਾਹਰੋਂ ਚੰਡਾ ਪ੍ਰਚੰਡ ਕੀਤਾ ਜਾਂਦਾ ਤਾਂ ਲੱਕੜ ਦੇ ਅੰਦਰ ਦੀ ਅੱਗ ਪ੍ਰਗਟ ਹੁੰਦੀ ਹੈ। ਜਿਵੇਂ ਸਤਿਗੁਰੂ ਜੀ ਨੇ ਬਚਨ ਕਹੇ ਗੁਰਬਾਣੀ ਵਿੱਚ, ਕਹਿੰਦੇ ਹਨ ਕਿ ਪਰਮਾਤਮਾ ਦਾ ਬੜਾ ਹੈਰਾਨੀਜਨਕ ਕੌਤਕ ਹੈ, ਕਿ ਨਹੀਂ ਤਾਂ ਅੱਗ ਦਾ ਸੁਭਾਅ ਸੰਗਤ ਜੀ ਸਾੜਨਾ ਹੈ, ਪਰ ਹੁਕਮ ਦੀ ਬੱਧੀ ਹੋਣ ਕਰਕੇ ਲੱਕੜ ਦੇ ਵਿੱਚ ਗੁਪਤ ਰੂਪ ਦੇ ਵਿੱਚ ਰਹਿਣਾ ਕਰਦੀ ਹੈ। ਜਦੋਂ ਹੁਕਮ ਹੁੰਦਾ ਹੈ, ਬਾਹਰੋਂ ਅੱਗ ਬਾਲੀ ਜਾਂਦੀ, ਫਿਰ ਲੱਕੜ ਦੇ ਅੰਦਰ ਦੀ ਅੱਗ ਪ੍ਰਗਟ ਹੁੰਦੀ ਹੈ। ਨਹੀਂ ਤਾਂ ਸਾਧ ਸੰਗਤ ਜੀ ਇਵੇਂ ਹੀ ਰਹਿਣਾ ਕਰਦੀ ਹੈ। ਵਿੱਚ ਕਾਸ਼ਟ ਅਗਨ ਰੱਖੀ ਜੈ। ਗੁਰਸਿੱਖੋ, ਕਿੰਨੇ ਹੈਰਾਨੀਜਨਕ ਪਰਮੇਸ਼ਰ ਦੇ ਕੌਤਕ ਹਨ। ਬੱਕਰੀ ਸਿੰਘ ਇਕ ਤੈ ਥਾਏ ਰਾਖੇ। ਫਿਰ ਇਸੇ ਪ੍ਰਕਾਰ ਮਹਾਰਾਜ ਕਹਿੰਦੇ, ਬੱਕਰੀ ਔਰ ਸਿੰਘ ਸ਼ੇਰ, ਉਹਨਾਂ ਨੂੰ ਇੱਕ ਥਾਂ ਤੇ ਪਰਮਾਤਮਾ ਟਿਕਾ ਕਰਕੇ ਰੱਖ ਦਿੰਦਾ। ਜੇ ਕੋਈ ਆਮ ਬੰਦਾ ਗੱਲ ਕਰੇ ਤੇ ਆਖਣਾ ਨਹੀਂ, ਝੂਠ ਬੋਲਦਾ। ਬੱਕਰੀ ਦੇ ਕੋਲ ਸ਼ੇਰ ਹੋਵੇ ਤੇ ਬੱਕਰੀ ਜਿਉਂਦੀ ਰਹਿ ਜਾਵੇ, ਨਹੀਂ ਮੰਨਣ ਵਿੱਚ ਆਉਂਦਾ ਨਾ। ਜੇ ਕਹੇ ਕਿ ਸ਼ੇਰ ਦੇ ਸਾਹਮਣੇ ਬੱਕਰੀ ਖਲੋਤੀ ਹੈ ਤੇ ਬੱਕਰੀ ਨੂੰ ਜਿਉਂਦਾ ਛੱਡ ਦੇਵੇਗਾ, ਜਾਂ ਬੱਕਰੀ ਦਾ ਕਿਤੇ ਬਚਾਅ ਹੋ ਜਾਵੇਗਾ, ਭੱਜ ਕੇ ਆਪਣਾ ਬਚਾਅ ਕਰ ਲਵੇਗੀ? ਨਹੀਂ। ਪਰ ਪ੍ਰਮਾਤਮਾ ਚਾਹੇ ਤੇ ਸੰਗਤ ਜੀ, ਬੱਕਰੀਆਂ ਦੀ ਸ਼ੇਰ ਜਿਹੜਾ ਰਖਵਾਲੀ ਕਰਨ ਲੱਗ ਪੈਂਦਾ ਹੈ। ਬਾਬਾ ਬੁੱਢਣ ਸ਼ਾਹ ਜੀ ਦੀਆਂ ਬੱਕਰੀਆਂ ਸ਼ੇਰ ਚਾਰਦਾ ਹੁੰਦਾ ਸੀਗਾ। ਇਤਿਹਾਸ ਗਵਾਹੀ ਭਰਦਾ ਹੈ, ਪਰਮਾਤਮਾ ਜਿੱਥੇ ਤੱਤਾਂ ਦੇ ਸੁਭਾਅ ਬਦਲ ਦਿੰਦਾ, ਉੱਥੇ ਜੀਵਾਂ ਦੇ ਸੁਭਾਅ ਵੀ ਪਰਮਾਤਮਾ ਬਦਲ ਦਿੰਦਾ ਹੈ।
महाराज कहते बड़ा हैरानीजनक कौतुक है परमेश्वर दा। बकरी सिंह एक तय ताए राखै कि परमात्मा ने बकरी और सिंह नूं शेर नूं एक थां ते टिका करके रखिया होया है। श्री गुरु नानक प्रकाश ग्रंथ दे अंदर जिहड़ा समुचा जीवन धन गुरु नानक देव साहिब महाराज सच्चे पातशाह जी दा कवि राज भाई संतोख सिंह जी ने लिखना कीता है। इस ग्रंथ दे विच साध संगत जी जदों किते जंगलां दा जिक्र आउंदा है ना, सच्चे पातशाह महाराज जगत जलंधे नूं तारदे हो किते जंगलां में जाके निवास करदे है। और भाई मरदाना जी नूं महाराज हुक्म करदे ने, भाई मरदाने रबाब छेड़ बाणी आई है। ते जदों एक सुर विच रबाब वजाउंदे सच्चे पातशाह जी अपने श्री कंठ तो गुरबाणी उचारण करदे। सारी संगत जी रुखां दे विचों अमृत झरन लग पैंदा है। ते जितने भी जंगलां दे बड़े बड़े खूंखार जानवर हुंदे, वो भावें शेर, बकरियां, गिद्दड़, बघियाड़, होर छोटे वड्डे आकारां दे जीव ਜਿਹੜੇ सारी संगत जी आपो विच एक थां ते कदे सामने नहीं हो सकते, वो भी महाराज जी दे कोल आ करके एक थां आके बैठ जाया करते। इतिहास विच वचन आउंदे हन जदों महाराज सच्चे पातशाह जी अकाल पुरख वाहिगुरू जी दा जस उचारण करिया करदे। महाराज कहंदे हन गुरसिखो ये सब कुछ परमेश्वर दे हत्थां विच है। जे अकाल पुरख परमात्मा चाहे ना बकरी सिंह एक तय थाए राखे। महाराज कहंदे बकरी दी तरह जिहड़ी जिंद है और इस प्रकार शेर दी तरह साध संगत जी काल है, परमात्मा ने इको थां ते टिका करके रखे है। जदों परमात्मा दा हुक्म हुंदा उदों शरीर दे विचों जिंद नूं कढ के लैके जांदा है। जिन्ना चिर परमात्मा ने सवास लेख करके पाए है, वाहिगुरू जी दा हुक्म नहीं हुंदा, उन्नी देर तक बकरी दी तरह जिंद ये जिहड़ी जान शरीर दे विच रहना करदी है। ते जदों समा पूरा हो जाता फिर छिन मात्र समय विच काल रूपी शेर इनू खा जाता है। और इस प्रकार निम्रता रूपी बकरी ते हंकार रूपी शेर भी परमात्मा ने एक थां ते टिका करके रखिया होया है। ये परमात्मा की हैरानीजनक लीला है। साध संगत जी इस प्रकार निम्रता रूप धरती ते जेड़ा पानी रूप शेर है भी परमात्मा ने एक थां ते टिका करके रखे हुए है। महाराज कहते हैं ऐसी परमात्मा की लीला गुरसिखो दो दो भावे ये जेड़े विरोधी तत्त हन, विरोधी सुभावां दे संसार भर दे जीव हन, उन्हां नूं वाहिगुरू एक थां ते टिका के रखण वाला है। मन हर जप भ्रम भौ दूर कीजै। इस करके हे मेरे प्यारे मना तू अकाल पुरख वाहिगुरू जी दा जाप जप के अपने मन दे अंदर पए हुए भरम अते हर प्रकार दे भय नूं दूर कर लेना कर। क्योंकि जिन्हां ने जपने योग परमात्मा जी दा जाप जपिया मन हर जप भ्रम भौ दूर कीजै, उन्हां ने भरम ते भय दूर कर लए हन। महाराज किन्हां ने मन हर जप, जिन्हां ने मन करके परमेश्वर दा जाप जपिया। तन करके तां आपां सारे जपी जांदे हां, सारे जाप करी जाते हाँ, पर विरलियां रूहां हुंदियां ने जेड़े मन करके परमेश्वर दा जाप जपदे है। ते महाराज कहंदे जिन्हां ने जपिया ना हिरदे करके परमेश्वर दा जाप, उन्हां दा जमन मरण दा भय भी मिट गया, जमा दा खौफ भी उन्हां दे मन विचों दूर हो गया और किसी प्रकार दा भरम रूपी पड़दा भी उन्हां दे मत ते नहीं रहना कीता। की वड्याई देखो संत हो। धन सतगुरु श्री गुरु रामदास साहिब सच्चे पातशाह महाराज समाप्ति दी पंक्तियां विच उचारण करदे हो बख्शिश करदे हन। हे संत जनो ऐ शांतचित सुभाव वाले वाहिगुरू दे प्यारे जनो, अकाल पुरख वाहिगुरू जी दी वड्याई नूं देखना करो। महाराज कहंदे परमेश्वर दी बड़ी हैरानीजनक वड्याई है। हर निमाणिया मान देवाए। परमात्मा निमाणे जीवां नूं मान बख्शिश कर देंदा है। किसी न किसी ढंग तरीके दे नाल निमाणियां नूं परमात्मा मान दिवा देंदा है। जीवन दे अंदर जिहड़ा मनुख निमरतावान हो के जीवन निर्वाह करदा है, परमात्मा नूं उच्चा ते परम मान बख्शिश कर देंदा है।
जेड़ा साध संगत जी आपस कहो जो जानै नीचा सो गनिए सब ते ऊंचा। हाँ भावें जिन्ना मर्जी कोई दावा करी जावे कि मैं बड़ा मैं सब तो ऊंचा, वो हंकार जताई जावे संसार दे विच बार बार जता सकदा है, पर परमात्मा दी नज़रां विचों कदे ऊंचा नहीं बन सकदा। इस करके महाराज कहते हैं निमरतावान होए गुरमुखां नूं परमेश्वर मान बख्शिश करवा देंदा है। ये परमात्मा दे घर दी वडियाई है। हर जियो निमाणिया तू मान ने चीजिया चीज करे मेरा गोविंद, तेरी कुदरत कहो कुर्बान। महाराज आप जी दी शक्ति तो असीं कुर्बान जांदे हां, मन बाणी शरीर करके असीं बलिहार जांदे हां। सच्चे पातशाह आप जी निमाणिया नूं मान बख्शिश करवा देंदे हो, निचीजिया नूं महाराज चीज जिन्हां नूं कोई जाणदा नहीं उन्हां नूं संसार दे जानन जोग बना देंदे हो। जिस नीच को कोई न जानै, जिन्हां नीवियां नूं कोई जानदा नहीं है, महाराज उन्हां नूं नाम दी दात दे करके उन्हां तों सेवा सिमरन करवा करके संसार दे पूजन जोग बना देंदे हो। ऐसी परमात्मा दी परम वडियाई है। हर की वडियाई देखो संत हो, हर ने माणिया मान दिवाए। जेड़े गुरमुख प्यारियां ने निमरतावान हो करके महाराज सच्चे पातशाह जी दे बचनां नूं सत करके मन्निया। धन गुरु रामदास साहिब महाराज जी कहंदे है उन्हां निमरतावान होया नूं वाहिगुरू ने अपना स्वरूप रूप ही मान दिवा दिता है। ज्यो धरती चरण तले ते ऊपर आवे। सच्चे पातशाह महाराज किवें मान दिवाउंदा है परमात्मा। हजूर कहते हैं ज्यों धरती चरण तले ते ऊपर आवहे। जिवें धरती है ना साध संगत जी, जिस मिट्टी तो बनया होया जीव आखिरकार उस मिट्टी भी जा करके मिल जाना करता है। ज्यों धरती चरण तले ते ऊपर आवहे। धरती भावे पैरां दे हेठा हुंदी है, पर साध संगत जिहड़ी धूड़ है ना फिर उड़ करके ऊपर आ जाना करदी है। जिस साध संगत जिवें धरती की तरह धीरजवान हो करके निमरतावान हो करके कोई जीव अपना जीवन निर्वाह करता है। त्यो नानक साध जना जगत आन सब पैरी पाए। धन गुरु रामदास साहिब महाराज कहते गुरसिखो इसी प्रकार जेड़े परमेश्वर दे प्यारे साधु जन है ना, जेड़े सब दे चरणां दी धूड़ी बन करके रहंदे है। कदे राई मात्र जिन्ना भी मन विच हंकार नहीं करते कि असी इवें साडी ये अवस्था है, असी इवें हाँ। महाराज कहते कदे नहीं अपने मन विच हंकार धारण करते। राई मात्र जिन्ना भी कहते मन विच हौमै दा फुरना तक भी कदे बनाउंदे नहीं है। सच्चे पातशाह कहते हन त्यो नानक साध जना जगत आन सब पैरी पाहे। कहते उन्हां साधु जनां दे चरणां ते सारे जगत नूं परमात्मा पा के उन्हां नूं इन्ना वड्डा मान परमेश्वर दिवा दिंदा जिहड़े निमरतावान हो के अपना जीवन निर्वाह करदे हन। अपनी होंद नूं मिटा देंदे है। मन करके बाणी करके शरीर करके किसी भी तरह करके तन करके मन करके धन करके थोड़ा जिन्ना भी किते मन विच हंकार नहीं करदे। निमरतावान होके सच्चे पातशाह कहते जो गुरमुख प्यारे सिमरन करते है सेवा करते हैं सतगुरु जी के दर्शाए हुए मार्ग ते चलते हैं। परमात्मा ऐसा उन्होंने मान बख्शिश कर देंदा है कि सारे संसार के जीव उन्होंने चरणों ते आके टह करके नमस्कार करते हैं। उन्होंने साध संगत जी सिजदा करते हैं, नतमस्तक होंदे है, क्यों उसके उस संसार के पूजन योग हो जाते हैं। जेड़े निमरतावान हो करके वाहिगुरू जी के स्वरूप की अभेदता नूं पा लेंदे है। जीवन दे अंदर जिन्हां ने साध संगत जी घालना घाल करके अकाल पुरख वाहिगुरू जी का सिमरन कीता है, सेवा कीती है, शब्द की कमाई कीती है। महाराज सच्चे पातशाह कहंदे परमात्मा